ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਔਰਤਾਂ ਦੇ ਮੁੱਦਿਆਂ ਅਤੇ ਉਹਨਾਂ ਖਿਲਾਫ ਹਿੰਸਾ ਉੱਤੇ ਚਰਚਾ ਲਗਾਤਾਰ ਜਾਰੀ ਰਹਿੰਦੀ ਹੈ। ਇਸੇ ਦੌਰਾਨ ਅਜਿਹੇ ਬਿਆਨ ਆਉਂਦੇ ਰਹਿੰਦੇ ਹਨ ਜੋ ਵਿਵਾਦ ਦਾ ਸਬੱਬ ਬਣਦੇ ਨੇ। ਇਹਨਾਂ ਬਿਆਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਸੇ ਸੋਚ ਦੀ ਨੁਮਾਇੰਦਗੀ ਕਰਦੇ ਨੇ ਜੋ ਔਰਤਾਂ ਦੇ ਨੀਵੇਂ ਸਮਾਜਿਕ ਰੁਤਬੇ ਲਈ ਕਸੂਰਵਾਰ ਹੈ। ਅਜਿਹੇ ਬਿਆਨ ਨਸ਼ਰ ਹੁੰਦੇ ਹਨ ਤਾਂ ਕਈ ਵਾਰ ਮੁਆਫੀ ਮੰਗੀ ਜਾਂਦੀ ਹੈ, ਪਰ ਜ਼ਿਆਦਾਤਰ ਵਾਰ ਕਿਹਾ ਜਾਂਦਾ ਹੈ ਕਿ ਮੀਡੀਆ ਨੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਹੁਣ ਅਜਿਹੇ ਹੀ ਵਿਵਾਦ ਦਾ ਸਬੱਬ ਬਣਿਆ ਹੈ ਪਰਮਜੀਤ ਕੌਰ ਲਾਂਡਰਾਂ ਦਾ ਬਿਆਨ। ਉਹ ਆਪ ਵੂਮਨ ਕਮਿਸ਼ਨ ਪੰਜਾਬ ਦੀ ਮੁਖੀ ਨੇ। ਬਿਆਨ ਆਇਆ ਹੈ ਤਾਂ ਚਰਚਾ ਤਾਂ ਹੋਵੇਗੀ। ਪੰਜਾਬ ਦੇ ਵਿਮਨ ਕਮਿਸ਼ਨ ਦੀ ਮੁਖੀ ਪਰਮਜੀਤ ਕੌਰ ਲਾਂਡਰਾਂ ਨੇ ਜਲੰਧਰ ਵਿੱਚ ਔਰਤਾਂ ਦੇ ਮੁੱਦਿਆਂ ਦੀ ਸੁਣਵਾਈ ਕੀਤੀ। ਅਖਬਾਰਾਂ ਵਿੱਚ ਆਈਆਂ ਖਬਰਾਂ ਮੁਤਾਬਕ ਇਸ ਸੁਣਵਾਈ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਰਿਵਾਰਕ ਰਿਸ਼ਤਿਆਂ ਵਿੱਚ ਹੋ ਰਹੀ ਭੰਨਤੋੜ ਦਾ ਵੱਡਾ ਕਾਰਨ ਕੁੜੀਆਂ ਵਿੱਚ ਵੱਧ ਰਹੀ ਬੇਸਬਰੀ ਹੈ। ਅਖਬਾਰਾਂ ਵਿੱਚ ਇਹ ਵੀ ਛਪਿਆ ਹੈ ਕਿ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਰੇਲੂ ਹਿੰਸਾ ਦਾ ਅਹਿਮ ਕਾਰਨ ਵੀ ਕੁੜੀਆਂ ਵਿੱਚ ਬਰਦਾਸ਼ਤ ਕਰਨ ਦਾ ਘਟ ਰਿਹਾ ਮਾਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਦਹੇਜ ਦੇ ਮਾਮਲੇ ਘਟ ਗਏ ਨੇ, ਪਰ ਕਈ ਕੁੜੀਆਂ ਸਾਜ਼ਿਸ਼ ਤਹਿਤ ਦਹੇਜ ਦੇ ਮਾਮਲੇ ਦਰਜ ਕਰਵਾਉਂਦੀਆਂ ਨੇ ਅਤੇ ਆਪਣੇ ਸਹੁਰੇ ਪਰਿਵਾਰ ਨੂੰ ਪਰੇਸ਼ਾਨ ਕਰਦੀਆਂ ਨੇ। ਇਹ ਬਿਆਨ ਛਪਣ ਤੋਂ ਬਾਅਦ ਔਰਤਾਂ ਦੀਆਂ ਜਥੇਬੰਦੀਆਂ ਨੇ ਪਰਮਜੀਤ ਕੌਰ ਲਾਂਡਰਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਇਸ ਤੋਂ ਬਾਅਦ ਪਰਮਜੀਤ ਕੌਰ ਲਾਂਡਰਾਂ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਪੱਤਰਕਾਰਾਂ ਨੇ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਇਸੇ ਦੌਰਾਨ ਇਸੇ ਹਵਾਲੇ ਨਾਲ ਇੱਕ ਅਖਬਾਰ ਨੇ ਸਰਵੇਖਣ ਕੀਤਾ ਹੈ ਕਿ ਕੀ ਘਰੇਲੂ ਹਿੰਸਾ ਦਾ ਵੱਡਾ ਕਾਰਨ ਕੁੜੀਆਂ ਵਿੱਚ ਵੱਧ ਰਹੀ ਬੇਸਬਰੀ ਹੈ। ਇਸ ਸਰਵੇਖਣ ਵਿੱਚ 57% ਦੀ ਜਵਾਬ ਹਾਂ ਵਜੋਂ ਦਰਜ ਹੋਏ ਨੇ, 36% ਦੀ ਨਾ ਵਜੋਂ ਦਰਜ ਹੋਏ ਨੇ, 7% ਦੀ ਜਵਾਬ ਸ਼ਸ਼ੋਪੰਜ ਵਿੱਚ ਨੇ। ਪਰਮਜੀਤ ਕੌਰ ਲਾਂਡਰਾਂ ਨੇ ਤਾਂ ਬਿਆਨ ਤੋਂ ਕਿਨਾਰਾ ਕਰ ਲਿਆ ਹੈ, ਪਰ ਮੁੱਦਾ ਚਰਚਾ ਵਿੱਚ ਹੈ। ਘਰੇਲੂ ਹਿੰਸਾ ਬਾਬਤ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਇਹ ਸਬਰ ਦਾ ਬੰਨ੍ਹ ਟੁੱਟ ਜਾਣ ਤੋਂ ਬਾਅਦ ਹੀ ਸਮਾਜਿਕ ਮੁੱਦਾ ਬਣਦੀ ਹੈ। ਜਦੋਂ ਔਰਤਾਂ ਨੇ ਘਰੇਲੂ ਹਿੰਸਾ ਦਾ ਮੁੱਦਾ ਵਿਅਕਤੀਗਤ ਜਾਂ ਪਰਿਵਾਰ ਦੇ ਘੇਰੇ ਤੋਂ ਬਾਹਰ ਲਿਆ ਕੇ ਪੇਸ਼ ਕੀਤਾ ਤਾਂ ਉਮੀਦ ਕੀਤੀ ਗਈ ਸੀ ਕਿ ਹੁਣ ਬੀਬੀਆਂ ਵਿੱਚ ਹੌਸਲਾ ਆਇਆ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਬੀਬੀਆਂ ਦੀ ਬੇਸਬਰੀ ਹੀ ਕਲੇਸ਼ ਜਾਂ ਘਰੇਲੂ ਹਿੰਸਾ ਜਾਂ ਝੂਠੀਆਂ ਸ਼ਿਕਾਇਤਾਂ ਦਾ ਸਬੱਬ ਬਣਦੀ ਹੈ। ਆਖਿਰ ਇਹਨਾਂ ਮਸਲਿਆਂ ਨੂੰ ਕਿਵੇਂ ਸਮਝਿਆ ਜਾਏ? ਇਹਨਾਂ ਹੀ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪਰਮਜੀਤ ਕੌਰ ਲਾਂਡਰਾਂ ਜੋ ਵੂਮਨ ਕਮਿਸ਼ਨ ਪੰਜਾਬ ਦੀ ਮੁਖੀ ਨੇ, ਕਮਲਜੀਤ ਕੌਰ ਢਿੱਲੋਂ ਜੋ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿੱਚ ਪੰਜਾਬੀ ਪੜ੍ਹਾਉਂਦੇ ਨੇ, ਇੰਦਰਜੀਤ ਸਿੰਘ ਪੁਰੀ ਜੋ ਸੇਵ ਇੰਡੀਆ ਫੈਮਿਲੀ ਫਾਊਂਡੇਸ਼ਨ ਨਾਂ ਦੀ ਜਥੇਬੰਦੀ ਵਿੱਚ ਕੰਮ ਕਰਦੇ ਨੇ, ਰਜਨੀ ਸ਼ਲੀਨ ਚੋਪੜਾ ਜੋ ਸੀਨੀਅਰ ਪੱਤਰਕਾਰ ਨੇ ਤੇ ਅੱਜ ਕੱਲ੍ਹ ਆਪਣਾ ਬ੍ਰਾਂਡ ਮੈਨੇਜਮੈਂਟ ਦਾ ਕੰਮ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਪਰਮਜੀਤ ਜੀ, ਬਿਆਨ ਆਇਆ, ਅਖਬਾਰਾਂ 'ਚ ਛਪਿਆ, ਇੱਕ ਰਸਮੀ ਜੋ ਉਹਨੂੰ ਸਪਸ਼ਟੀਕਰਨ ਦੀ ਵੀ ਗੱਲ ਹੋ ਗਈ ਹੈ। ਤੁਸੀਂ ਜਰਾ ਇਹ ਦੱਸੋ ਕਿ ਤੁਸੀਂ ਅਸਲ 'ਚ ਕੀ ਕਿਹਾ ਸੀ? ਕਿਉਂਕਿ ਇਸ ਜੋ ਅੱਜ ਬਹਿਸ ਹੈ ਸਾਡੀ, ਉਹਦਾ ਮੁੱਦਾ ਮੇਰਾ ਬਿਆਨ ਬਣਿਆ ਹੈ ਜੀ। ਸੋ ਮੈਂ ਜ਼ਰੂਰ ਕਲੈਰੀਫਾਈ ਕਰਨੀ ਚਾਹਾਂਗੀ ਕਿਉਂਕਿ ਇੱਕ ਮੈਂ ਬਹੁਤ ਜ਼ਿੰਮੇਵਾਰੀ ਵਾਲੀ ਪੋਸਟ 'ਤੇ ਬੈਠੀ ਹਾਂ ਔਰ ਔਰਤਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਸਤੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਔਰ ਮੈਂ ਉਹਦੇ ਵਾਸਤੇ ਬਹੁਤ ਹੀ ਜਾਗਰੂਕ ਵੀ ਹਾਂ ਔਰ ਆਪਣੇ ਆਪ ਨੂੰ ਜ਼ਿੰਮੇਵਾਰ ਵੀ ਮਹਿਸੂਸ ਕਰਦੀ ਹਾਂ। ਜੋ ਐਕਚੁਅਲੀ ਉਸ ਦਿਨ ਗੱਲ ਹੋਈ ਹੈ, ਕਿਉਂਕਿ ਮੈਂ ਹੁਣ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਬਜਾਏ ਚੰਡੀਗੜ੍ਹ ਪੂਰੇ ਜ਼ਿਲ੍ਹਿਆਂ ਦੀਆਂ ਔਰਤਾਂ ਨੂੰ ਸ਼ਿਕਾਇਤ ਲੈ ਕੇ ਉਹ ਮੇਰੇ ਕੋਲੇ ਆਉਣ, ਮੈਂ ਉਹਨਾਂ ਦੇ ਡੋਰ ਸਟੈਪ 'ਤੇ ਜਾ ਕੇ ਉਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਰੀਏ। ਸੋ ਇੱਕ ਮੁਹਿੰਮ ਸ਼ੁਰੂ ਕੀਤੀ ਅਸੀਂ ਜਲੰਧਰ ਦੇ ਵਿੱਚ, ਫਿਰ ਅੰਮ੍ਰਿਤਸਰ ਦੇ ਵਿੱਚ ਤੇ ਹੁਣ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਾਣਾ ਹੈ, ਜਿੱਥੇ ਅਸੀਂ 4 ਜ਼ਿਲ੍ਹਿਆਂ ਦੀਆਂ ਔਰਤਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਮੌਕੇ 'ਤੇ ਹੀ ਕੋਰਟ ਲਾ ਕੇ ਕੀਤੀ ਹੈ। ਤੇ ਉਸ ਦੌਰਾਨ ਕੀ ਹੋਇਆ ਕਿ ਪ੍ਰੈਸ ਕਾਨਫਰੰਸ ਕਿਉਂਕਿ ਹੋਣੀ ਸੀ ਤੇ ਘੱਟੋ ਘੱਟ 15 ਜਾਂ 20 ਮੀਡੀਆ ਪਰਸਨ ਉਦੋਂ ਮੌਕੇ 'ਤੇ ਹਾਜ਼ਰ ਸੀ। ਇਲੈਕਟ੍ਰੋਨਿਕ ਮੀਡੀਆ ਵੀ ਹਾਜ਼ਰ ਸੀ, ਡੇ ਐਂਡ ਨਾਈਟ, PTC ਤੇ ਹੋਰ ਚੈਨਲ, ਉਹਨਾਂ ਨੇ ਵੀ ਮੇਰਾ ਬਿਆਨ ਨਸ਼ਰ ਕੀਤਾ ਹੈ ਔਰ ਤੁਸੀਂ ਚੈੱਕ ਕਰੋਗੇ ਕਿ ਮੇਰਾ ਬਿਆਨ ਜੇ ਸਾਡੇ ਕੋਲ ਉਹ ਰਿਕਾਰਡਿੰਗ ਹੁੰਦੀ ਤੇ ਅਸੀਂ ਜ਼ਰੂਰ ਅੱਜ ਚਲਾ ਕੇ ਤੁਹਾਨੂੰ ਵੀ ਦਿਖਾਉਣਾ ਸੀ। ਤੇ ਮੈਂ ਹੁਣ ਕਿਉਂਕਿ ਜ਼ਰੂਰੀ ਹੈ ਕਲੈਰੀਫਾਈ ਕਰਨਾ। ਉਸ ਤੋਂ ਤੁਸੀਂ ਕਿਹਾ ਕੀ ਸੀ ਅਸਲ 'ਚ? ਆਪਾਂ ਉਹ ਗੱਲ ਅਸਲ 'ਚ ਮੈਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਤੁਹਾਡੇ ਕੋਲੇ ਮੈਕਸਿਮਮ ਕੇਸ ਕਿਹਨਾਂ ਦੇ ਆਉਂਦੇ ਨੇ। ਸੋ ਕਮਿਸ਼ਨ ਦੀ ਵਰਕਿੰਗ ਦੇ ਹਿਸਾਬ ਨਾਲ, ਕਿਉਂਕਿ ਔਨ ਰਿਕਾਰਡ ਹੈ ਇਹ ਚੀਜ਼, ਮੈਕਸਿਮਮ ਕੇਸਿਸ ਡੋਮੈਸਟਿਕ ਵਾਇਲੈਂਸ ਦੇ ਆ ਰਹੇ ਨੇ ਮੇਰੇ ਕੋਲੇ। ਤੇ ਉਹਨਾਂ ਨੇ ਪੁੱਛਿਆ ਸੀ ਕਿ ਇਸ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਪਿੱਛੇ ਕਾਰਨ ਕੀ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਕੁੜੀਆਂ ਦੇ ਵਿੱਚ ਸਹਿਣ ਸ਼ਕਤੀ ਘਟ ਰਹੀ ਹੈ, ਇਹ ਇੱਕ ਕਾਰਨ ਹੈ? ਤਾਂ ਮੇਰਾ ਜਵਾਬ ਇਹ ਸੀ ਜੋ ਕਿ ਅਧੂਰੇ ਤੌਰ ਤੇ ਛਾਪਿਆ ਗਿਆ। ਬਿਲਕੁਲ ਮੈਂ ਸਹੁੰ ਖਾ ਕੇ ਇਹ ਗੱਲ ਕਹਿਣ ਨੂੰ ਤਿਆਰ ਹਾਂ। ਕਈ ਵਾਰ ਅਧੂਰੀ ਕਈ ਗੱਲ ਨਹੀਂ, ਤੁਸੀਂ ਗੱਲ ਕਹਿ ਰਹੇ ਹੋ ਤੇ ਆਪਾਂ ਯਕੀਨ ਕਰਦੇ ਹਾਂ, ਉਹ ਕੋਈ ਮਸਲਾ ਨਹੀਂ। ਖਤਰਨਾਕ ਹੁੰਦੀ ਹੈ ਕੋਈ ਵੀ ਅਧੂਰੀ ਗੱਲ ਕਰਨੀ। ਤੇ ਉਹਦੇ 'ਚ ਉਸ ਸਵਾਲ ਦੇ ਜਵਾਬ 'ਚ ਮੇਰਾ ਇਹ ਜਵਾਬ ਸੀ ਕਿ ਮੁੱਖ ਕਾਰਨ ਨੇ ਜੋ ਡੋਮੈਸਟਿਕ ਵਾਇਲੈਂਸ ਦੇ, ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਜੋ ਕਮਿਸ਼ਨ ਦੇ ਕੋਲ ਕੇਸ ਆ ਰਹੇ ਨੇ, ਮੈਂ ਬਾਕੀ ਪੰਜਾਬ ਦੀ ਗੱਲ ਨਹੀਂ ਕਰਦੀ ਕਿਉਂਕਿ ਕਈ ਲੈਵਲਾਂ 'ਤੇ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੀ ਪੜਤਾਲ ਹੁੰਦੀ ਹੈ, ਫੈਸਲੇ ਹੁੰਦੇ ਨੇ, ਚਾਹੇ ਪੰਚਾਇਤ, ਰਿਸ਼ਤੇਦਾਰਾਂ ਦੇ ਲੈਵਲ 'ਤੇ, ਥਾਣੇ 'ਚ, ਕੋਰਟ ਕਚਹਿਰੀਆਂ 'ਚ। ਜਿੰਨੇ ਕੇਸ ਕਮਿਸ਼ਨ ਦੇ ਕੋਲ ਆਉਂਦੇ ਨੇ
ਉਹਨਾਂ ਦੇ ਵਿੱਚ 80% ਕੇਸਾਂ ਦੇ ਵਿੱਚ ਮੁੰਡੇ ਦਾ ਸ਼ਰਾਬੀ ਹੋਣਾ ਜਾਂ ਨਸ਼ਈ ਹੋਣਾ ਪਾਇਆ ਜਾਂਦਾ ਹੈ ਜੀ। ਉਸ ਤੋਂ ਬਾਅਦ ਆਰਥਿਕਤਾ ਤੇ ਉਸ ਤੋਂ ਬਾਅਦ ਨਜਾਇਜ਼ ਸੰਬੰਧ ਨੇ ਜੋ ਉਹ ਵੀ ਕਾਰਨ ਬਣਦੇ ਨੇ। ਸੋ ਜਦੋਂ ਇੱਕ ਨਵਿਆਹੀ ਕੁੜੀ ਦਾ ਜਾਂ ਕਿਸੇ ਵਿਆਹੁਤਾ ਦਾ ਘਰ ਵਾਲਾ ਸ਼ਰਾਬ ਪੀ ਕੇ ਘਰੇ ਵੜਦਾ ਹੈ ਤਾਂ ਉਹਦਾ ਸਹਿਣ ਸ਼ਕਤੀ ਖੋਣਾ ਵਾਜਿਬ ਹੈ ਜੀ। ਔਰ ਉਸ ਬਿਆਨ ਤੇ ਮੈਂ ਅੱਜ ਵੀ ਕਾਇਮ ਹੈ ਜੀ। ਐਸੇ ਤਰ੍ਹਾਂ ਜੇਕਰ ਕਿਸੇ ਔਰਤ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਤੀ ਦੇ ਕਿਤੇ ਬਾਹਰ ਸੰਬੰਧ ਨੇ ਤਾਂ ਉਹਦਾ ਪੇਸ਼ੈਂਸ ਲੂਜ਼ ਕਰਨਾ ਸੁਭਾਵਿਕ ਹੈ। ਉਸ ਬਿਆਨ ਤੇ ਵੀ ਮੈਂ ਅੱਜ ਤੱਕ ਕਾਇਮ ਹੈ ਤੇ ਇਹਦੇ 'ਚ ਮੇਰੇ ਖਿਆਲ 'ਚ ਕੋਈ ਮੈਂ ਗਲਤ ਗੱਲ ਨਹੀਂ ਕਹੀ। ਸਿਰਫ ਇਹ ਹੈ ਕਿ ਇੱਕ ਅਧੂਰੀ ਜਾਣਕਾਰੀ ਉਹ ਵੀ ਕੁਝ ਅਖਬਾਰਾਂ ਨੇ, ਕਿਉਂਕਿ ਅਖਬਾਰ ਬਹੁਤ ਸੀ ਪਰ ਕੁਝ ਅਖਬਾਰਾਂ ਨੇ ਆਪਣੇ ਤਰੀਕੇ ਨਾਲ, ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦਾ ਕੋਈ ਕਸੂਰ ਹੈ। ਉਹ ਤੋਂ ਬਾਅਦ ਜੋ ਤੁਹਾਡੇ ਇਸ ਬਿਆਨ ਦੇ ਉੱਤੇ ਰਿਐਕਸ਼ਨ ਹੋਇਆ ਉਹਦੇ ਬਾਰੇ ਤੁਸੀਂ ਦੋ ਫਿਕਰਿਆਂ 'ਚ ਜੇ ਕੁਝ ਕਹੋ ਤੇ ਮੈਂ ਗੱਲ ਅੱਗੇ ਉਹਦੇ 'ਚ ਮੈਨੂੰ ਇਹ ਲੱਗਿਆ ਕਿ ਕੋਈ ਵੀ ਮੁੱਦਾ ਹੈ ਭਾਵੇਂ ਗਲਤ ਤਰੀਕੇ ਨਾਲ ਜਾਂ ਠੀਕ ਤਰੀਕੇ ਨਾਲ, ਜੇਕਰ ਸਮਾਜ ਦੀ ਨਬਜ਼ ਦੇ ਉੱਤੇ ਉਸ ਚੀਜ਼ ਦਾ ਬਾਹਰ ਹੈ ਤਾਂ ਉਸ ਤੇ ਬਹਿਸ ਹੋਣੀ ਜ਼ਰੂਰੀ ਬਣਦੀ ਹੈ, ਜੇ ਆਪਾਂ ਅੱਜ ਕਰ ਵੀ ਰਹੇ ਹਾਂ। ਪਰ ਜਦੋਂ ਅਸੀਂ ਬਹਿਸ ਕਰਦੇ ਹਾਂ ਜਾਂ ਰਿਐਕਸ਼ਨ ਕਰਦੇ ਹਾਂ ਤਾਂ ਥੋੜਾ ਜਿਹਾ ਕਈ ਵਾਰ ਸ਼ਬਦਾਵਲੀ ਵੀ ਸਾਨੂੰ ਉਸ ਤਰੀਕੇ ਨਾਲ ਸੱਭਿਆ ਜਿਹੜੀ ਸ਼ਬਦਾਵਲੀ ਹੈ ਜ਼ਰੂਰ ਵਰਤਣੀ ਚਾਹੀਦੀ ਹੈ। ਔਰ ਮੇਰਾ ਇਹ, ਮੈਂ ਹਮੇਸ਼ਾ ਮੇਰਾ ਦਫ਼ਤਰ ਜਾਂ ਮੇਰੇ ਘਰ ਦੇ ਦਰਵਾਜ਼ੇ ਆ ਮੈਂ ਹਮੇਸ਼ਾ ਹੀ ਪਬਲਿਕ ਦੇ ਵਾਸਤੇ ਅਵੇਲੇਬਲ ਰਹਿੰਦੀ ਹਾਂ। ਸੋ ਮੈਂ ਚਾਹੁੰਦੀ ਸੀ ਕਿ ਜੋ ਰਿਐਕਸ਼ਨ ਅਖਬਾਰਾਂ ਦੇ ਰਾਹੀਂ ਆਇਆ ਹੈ, ਜੇਕਰ ਜਿਵੇਂ ਮੈਡਮ ਢਿੱਲੋਂ ਨਹੀਂ ਬੈਠੇ ਨੇ, ਮੇਰੇ ਗੁਰੂ ਨੇ, ਮੈਂ ਇਹਨਾਂ ਦੀ ਸਟੂਡੈਂਟ ਰਹੀ ਹਾਂ, ਉਹ ਮੇਰੇ ਨਾਲ ਗੱਲ ਕਰ ਸਕਦੇ ਸੀ ਕਿਉਂਕਿ ਮੈਨੂੰ ਪੂਰੀ ਯਕੀਨ ਹੈ ਕਿ ਇਹ ਬਿਲਕੁਲ ਇਸ ਗੱਲ ਦੀ ਯਕੀਨ ਰੱਖਣਗੇ ਕਿ ਜੋ ਸਿੱਖਿਆ ਇਹਨਾਂ ਨੇ ਸਾਨੂੰ ਦਿੱਤੀ ਹੈ ਅਸੀਂ ਉਸ ਸਿੱਖਿਆ ਪਰਮਜੀਤ, ਕਿਉਂਕਿ ਉਹ ਤੁਹਾਡੇ ਟੀਚਰ ਵੀ ਨੇ ਤੇ ਇਸ ਕਰਕੇ ਤੁਸੀਂ ਦੋਨੇ ਪਬਲਿਕ ਦੇ ਵੀ ਨੁਮਾਇੰਦੇ ਹੋ ਤੇ ਗੱਲ ਪਬਲਿਕ 'ਚ ਹੋ ਹੀ ਜਾਣੀ ਹੈ। ਕਮਲਜੀਤ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਇਹ ਬਿਆਨ ਆਇਆ ਇਹਦੇ ਵਿੱਚ ਉਸੇ ਅਗਲੇ ਦਿਨ ਸਪਸ਼ਟੀਕਰਨ ਆਉਣਾ ਚਾਹੀਦਾ ਸੀ ਜੀ। ਅਗਲੇ ਦਿਨ ਸਪਸ਼ਟੀਕਰਨ ਨਹੀਂ ਆਇਆ, ਉਸ ਤੋਂ ਅਗਲੇ ਦਿਨ ਵੀ ਨਹੀਂ ਆਇਆ। ਔਰ ਮੈਨੂੰ ਹੈਰਾਨੀ ਸੀ ਕਿ ਪਰਮਜੀਤ ਜਿਹੜਾ ਹੈ ਇਹ ਬਿਆਨ ਦੇ ਰਹੀ ਹੈ ਤੇ ਕਿਸ ਤਰੀਕੇ ਦਾ ਬਿਆਨ ਹੈ। ਪਹਿਲੀ ਗੱਲ ਇਹ ਹੈ ਕਿ ਜਿਹੜੀ ਪਰਮਜੀਤ ਹੈ ਉਹ ਇੱਕ ਸਰਕਾਰ ਦੀ ਪਾਲਿਸੀ ਨੂੰ ਅੱਗੇ ਲੋਕਾਂ ਵਿੱਚ ਲੈ ਕੇ ਜਾਣਾ ਹੈ। ਇਹ ਨੁਮਾਇੰਦਾ ਹੈ ਸਰਕਾਰ ਦਾ ਤੇ ਸਰਕਾਰ ਨੇ ਬੜੇ ਸੋਚ ਸਮਝ ਕੇ ਜਿਹੜਾ ਹੈ ਇਹ ਕਾਨੂੰਨ ਬਣਾਇਆ ਜਿਹੜਾ ਡੋਮੈਸਟਿਕ ਵਾਇਲੈਂਸ 2005 ਦੇ ਵਿੱਚ ਆਇਆ। ਤੇ ਇੱਕ ਪਾਸੇ ਤਾਂ ਇਹ ਹੈ, ਦੂਸਰੇ ਪਾਸੇ ਇੱਕ ਪਰਸਨਲ ਜਿਹੜਾ ਹੈ ਸਾਡਾ ਆਪਣਾ ਐਟੀਟਿਊਡ ਹੁੰਦਾ ਹੈ। ਦੋ ਚੀਜ਼ਾਂ ਨੇ। ਪਰ ਇਹ ਜਿਹੜੇ ਸਾਰੇ, ਜੇ ਅਸੀਂ ਇਹ ਸਮਝ ਲਈਏ ਕਿ ਉਹਨਾਂ ਦੀ ਇਹਦੇ ਵਿੱਚ ਜਿਹੜਾ ਬਿਆਨ ਦੇ ਵਿੱਚ ਹੈ ਕਿ ਇੰਪੇਸ਼ੈਂਸ ਕਰਕੇ ਸਾਰਾ ਹੋਇਆ ਤਾਂ ਜਿਹੜੇ ਕੇਸ ਵੀ ਆ ਰਹੇ ਨੇ ਉਹਨੂੰ ਜਿਹੜੇ ਸੋਲਵ ਕਰਨ ਵਾਲੇ ਨੇ ਉਹ ਵੀ ਪੈਟਰੀਆਕਲ ਮਾਈਂਡਸੈਟ ਦੇ ਨਾਲ, ਸਾਡੇ ਜਿਹੜੇ ਥਾਣੇ ਨੇ, ਸਾਡੀਆਂ ਜਿਹੜੀਆਂ ਪੰਚਾਇਤਾਂ ਨੇ, ਸਾਰੀਆਂ ਉਸੇ ਟ੍ਰੈਂਡ ਦੇ ਨਾਲ, ਉਸੇ ਮਾਈਂਡਸੈਟ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਵੀ ਜਿਸ ਸੋਚ ਦੇ ਕਾਰਨ ਹੁਣ ਤੱਕ ਔਰਤਾਂ ਦੇ ਪੱਖ ਦੇ ਉੱਤੋਂ ਥਾਣੇ ਦੀ ਆਲੋਚਨਾ ਹੁੰਦੀ ਰਹੀ ਹੈ, ਕਚਹਿਰੀ ਦੀ ਆਲੋਚਨਾ ਹੁੰਦੀ ਰਹੀ ਹੈ, ਉਹ ਜਿਹੜੀ ਦਲੀਲ ਹੈ ਉਹ ਵੂਮਨ ਕਮਿਸ਼ਨ ਤੇ ਵੀ ਲਾਗੂ ਹੁੰਦੀ ਹੈ। ਇਹ ਕਹਿ ਰਹੇ ਹੋ ਤੁਸੀਂ? ਬਿਲਕੁਲ, ਮੈਂ ਇਹ ਕਹਿਣਾ ਚਾਹਨੀ ਹਾਂ ਕਿ ਜਦੋਂ ਇਹ ਬਿਆਨ ਆਇਆ ਤੇ ਇਹ ਲੱਗ ਰਿਹਾ ਸੀ ਕਿ ਉਹ ਪੈਟਰੀਆਕਲ ਮਾਨਸਿਕਤਾ ਨੂੰ ਰਿਪਰੈਜ਼ੈਂਟ ਕਰਦਾ ਬਿਆਨ ਹੈ, ਕਿਉਂਕਿ ਇਹਦੇ ਨਾਲ ਜੇ ਇਹ ਬਾਅਦ ਦੇ ਵਿੱਚ ਜੇ ਇੱਕ ਜਾਂ ਦੋ ਕੇਸਾਂ ਬਾਰੇ ਕਿਹਾ ਜਾਂ ਰੈਫਰੈਂਸ ਤਰੀਕੇ ਨਾਲ ਕਿਹਾ, ਪਰ ਜਿਹੜੇ ਇੱਕ ਵੱਡਾ ਜਿਹੜਾ ਹੈ ਲੱਖਾਂ ਦੀ ਗਿਣਤੀ 'ਚ ਪੇਪਰ ਛਪਦਾ ਹੈ ਉਹ ਕਿੰਨਾ ਲੋਕਾਂ ਨੂੰ ਫੀਡ ਕਰੇਗਾ ਤੇ ਕਿੰਨਾ ਐਂਟੀ ਵੂਮਨ ਜਿਹੜਾ ਹੈ ਸਾਰਾ ਪ੍ਰਚਾਰ ਹੋਏਗਾ। ਕਿਉਂਕਿ ਜਿਹੜਾ ਪੋਲੀਟੀਕਲ ਜਿਹੜਾ ਮਾਈਂਡ ਸੈਟ ਹੈ, ਇੱਕ ਜਿਹੜਾ ਪੈਟਰੀਆਕਲ ਮਾਈਂਡ ਸੈਟ ਹੈ, ਇਹ ਕੇਵਲ 2-4-5 ਦਿਨ 'ਚ ਨਹੀਂ ਬਣਦਾ, ਇਹ ਹਜ਼ਾਰਾਂ ਸਾਲ ਦੀ ਜਿਹੜੀ ਹੈ। ਜਦੋਂ 2005 ਡੋਮੈਸਟਿਕ ਜਿਹੜਾ ਸਾਡਾ ਵਾਇਲੈਂਸ ਐਕਟ ਆਇਆ ਜਾਂ ਸਾਡਾ 1985 ਤੋਂ ਬਾਅਦ ਜਿਹੜਾ ਹੈ ਜਦੋਂ ਬੀਜਿੰਗ ਕਾਨਫਰੰਸ ਹੋ ਰਹੀ ਹੈ, ਉਸ ਤੋਂ ਬਾਅਦ ਸਾਡਾ ਡੌਰੀ ਜਿਹੜਾ ਹੈ ਐਕਟ ਆਉਂਦਾ ਹੈ, ਇਹ ਬੜੀਆਂ ਜਦੋਜਹਿਦਾਂ ਤੋਂ ਬਾਅਦ ਆਇਆ। ਇਹ ਔਰਤ ਨੂੰ ਉਸੇ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਦੀ ਜਿਹੜੀ ਮਾਨਸਿਕਤਾ ਹੈ ਉਹਦੇ ਵਿੱਚ ਖੜ ਕੇ ਜੇ ਅੱਜ ਤੁਸੀਂ 21ਵੀਂ ਸਦੀ ਵਿੱਚ ਦੇਖੋਗੇ ਤਾਂ ਇਹ ਐਮਪੇਸ਼ੈਂਸ ਕਰਕੇ, ਜਿਹੜੀ ਮਰਦ ਦੀ ਐਮਪੇਸ਼ੈਂਸ ਕਰਕੇ ਜਿਹੜੀ ਕੁੱਟਮਾਰ ਹੁੰਦੀ ਹੈ, ਨਾ ਕਿ ਔਰਤ ਦੀ ਐਮਪੇਸ਼ੈਂਸ ਕਰਕੇ ਹੁੰਦੀ ਹੈ। ਜੀ ਪੁਰੀ ਸਾਹਿਬ, ਉਹਨਾਂ ਦੀ ਤਾਂ ਗੁਰੂ ਤੇ ਚੇਲੇ ਦੀ ਆਪਸ ਦੇ ਵਿੱਚ ਸੁਲਝ ਗਈ ਹੈ, ਉਹਨਾਂ ਨੇ ਕਹਿਤਾ ਸਪਸ਼ਟੀਕਰਨ ਦੱਸਤਾ, ਪਰ ਮੁੱਦਾ ਜਿਉਂ ਦਾ ਤਿਉਂ ਹੈ। ਇੱਕ ਅਖਬਾਰ ਦੇ ਵਿੱਚ ਇਹਦੇ ਤੇ ਸਰਵੇਖਣ ਵੀ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਵੀ ਹਾਂ ਸੱਚੀ ਮੁੱਚੀ ਕੁੜੀਆਂ ਦੀ ਬੇਸਬਰੀ ਕਾਰਨ ਜਿਹੜੀ ਘਰੇਲੂ ਹਿੰਸਾ ਹੁੰਦੀ ਹੈ। ਤੁਸੀਂ ਵੀ ਇਸ ਮੁੱਦੇ ਤੇ ਲਗਾਤਾਰ ਕੰਮ ਕਰਦੇ ਹੋ। ਇੱਕ ਜਿਹੜਾ ਇਸੇ ਮੁੱਦੇ ਦਾ ਇੱਕ ਪੱਖ ਇਹ ਹੈ ਕਿ ਵੀ ਕਿਉਂਕਿ ਕੁੜੀਆਂ ਬੇਸਬਰੀ ਤੋਂ ਕੰਮ ਲੈਂਦੀਆਂ ਨੇ, ਇਸੇ ਕਾਰਨ ਜਿਹੜੇ ਸਾਡੇ ਪਰਿਵਾਰ ਟੁੱਟ ਰਹੇ ਨੇ, ਜਿਹੜਾ ਸਾਡੇ ਸਾਂਝੇ ਪਰਿਵਾਰ ਟੁੱਟ ਰਹੇ ਨੇ। ਤੁਸੀਂ ਕੀ ਕਹੋਗੇ? ਐਕਚੁਅਲੀ ਲੜਕੀਆਂ 'ਚ ਜਾਂ ਬੱਚਿਆਂ 'ਚ ਪੇਸ਼ੈਂਸ ਨਹੀਂ ਹੈ ਜੀ। ਜਿਹੜਾ ਮੇਨ ਪਹਿਲੇ ਜੁਆਇੰਟ ਫੈਮਿਲੀ ਆਉਂਦੀ ਤਾਂ ਬੜੇ ਸੁੱਖ ਹਨ, ਬੜੇ ਆਰਾਮ ਹਨ। ਹੁਣ ਲੜਕੀ ਵਿਆਹ ਕਰਕੇ ਆਉਂਦੀ, ਉਹ ਕਹਿੰਦੀ ਮੇਰਾ ਰਿਲੇਸ਼ਨ ਸਿਰਫ ਲੜਕੇ ਨਾਲ ਹੀ ਹੈ, ਬਾਕੀ ਫੈਮਿਲੀ ਨਾਲ ਮੇਰਾ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ ਹੈ, ਨਾ ਉਹਦੀ ਮਦਰ ਨਾਲ ਹੈ ਨਾ ਉਹਦੇ ਫਾਦਰ ਨਾਲ, ਮੇਰਾ ਸਿਰਫ ਮੇਰੇ ਹਸਬੈਂਡ ਤੱਕ ਹੀ ਹੈ, ਜਿਹੜਾ ਮੇਨ ਕਾਰਨ ਹੈ। ਪਲੱਸ ਉਹਨਾਂ ਦੇ ਮਾਂ ਪਿਓ ਉਹਨਾਂ ਨੂੰ ਗਲਤ ਸਿੱਖਿਆ ਦਿੰਦੇ ਨੇ ਕਿ ਤੁਸੀਂ ਕਰੋ ਬੇਟੇ, ਕਰੋ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਨਾਲ ਆ। ਇਤਨੇ ਘਰ ਟੁੱਟ ਰਹੇ ਨੇ, ਇਤਨੇ ਘਰ ਟੁੱਟ ਰਹੇ ਨੇ
ਕਿ ਤੁਹਾਨੂੰ ਦੱਸ ਨਹੀਂ ਸਕਦੇ। ਹਰ ਰੋਜ਼ ਹਰ 1 ਮਿੰਟ 'ਚ 5 ਕੇਸ ਪੈਂਦੇ ਨੇ। ਜਿਹੜੀ ਇੱਕ ਗੱਲ ਤੁਸੀਂ ਕਹੀ ਹੈ ਕਿ ਵੀ ਕੁੜੀਆਂ ਨੂੰ ਉਹਨਾਂ ਦੇ ਮਾਪੇ ਜਿਹੜੇ ਹੈਗੇ ਉਹ ਗਲਤ ਸਿੱਖਿਆ ਦਿੰਦੇ ਨੇ, ਹਾਂਜੀ। ਇਹਦਾ ਮਤਲਬ ਜਿਹੜੇ ਮਾਪਿਆਂ ਦੇ ਘਰੇ ਮੁੰਡਾ ਵੀ ਹੈ ਤੇ ਕੁੜੀ ਵੀ ਹੈ ਉਹਨਾਂ ਨੂੰ ਵੱਖਰੀ ਵੱਖਰੀ ਸਿੱਖਿਆ ਦਿੰਦੇ ਨੇ, ਕੁੜੀ ਨੂੰ ਗਲਤ ਤੇ ਮੁੰਡੇ ਨੂੰ ਠੀਕ। ਇਹੀ ਹੈ, ਕੁੜੀ ਨੂੰ ਗਲਤ ਸਿੱਖਿਆ ਦਿੰਦੇ ਨੇ, ਮੁੰਡੇ ਨੂੰ ਠੀਕ ਦਿੰਦੇ ਨੇ। ਨਹੀਂ, ਮੁੰਡੇ ਨੂੰ ਨਹੀਂ, ਲੜਕੀ ਨੂੰ ਉਹ ਕਹਿੰਦੇ ਅਸੀਂ ਤੇਰੇ ਨਾਲ ਆ। ਉਹ ਕਿਉਂ ਨਹੀਂ ਕਹਿੰਦੇ ਵੀ ਤੂੰ ਬੇਟਾ ਉਹ ਤੇਰੇ ਕਾਰਨ, ਉਹ ਤੇਰੇ ਮਾਂ-ਬਾਪ ਹਨ, ਉਹੀ ਤੇਰੇ ਹੈ ਸਭ ਕੁਝ, ਤੂੰ ਉੱਥੇ ਘਰ ਜਾ ਕੇ ਵਸਾਣਾ। ਘਰ ਵਸਾਓ ਆਪਣਾ। ਘਰ ਵਸਾਉਂਦੇ ਨੇ, ਜਿਹੜੇ ਸਭ ਕੁਝ ਹੋ ਜਾਂਦਾ ਫਿਰ ਕਹਿੰਦੀਆਂ ਲੜਕੀਆਂ, ਫਿਰ ਕੇਸ ਪਾਣੇ ਤੋਂ ਬਾਅਦ ਫਿਰ ਅਸੀਂ ਵਾਪਸ ਸਾਹਿਬ ਜਦੋਂ ਜਿੰਨੀ ਦੇਰ ਤੱਕ ਇਹ ਸਾਰੇ ਕਾਨੂੰਨ ਨਹੀਂ ਬਣੇ ਸਨ ਉਨੀ ਦੇਰ ਤੱਕ ਇਹੀ ਇੱਕ ਵੱਡਾ ਕਾਰਨ ਸੀ ਜਿਹਦੇ ਕਾਰਨ ਹਿੰਸਾ ਲਗਾਤਾਰ ਹੁੰਦੀ ਸੀ। ਕੁੜੀ ਦੇ ਉੱਤੇ ਜ਼ੋਰ ਪਾਇਆ ਜਾਂਦਾ ਸੀ ਕਿ ਤੂੰ ਉਸੇ ਘਰ ਦੇ ਵਿੱਚ ਰਹਿਣਾ ਹੈ ਜਿਸ ਘਰ ਦੇ ਵਿੱਚ ਤੇਰੀ ਡੋਲੀ ਗਈ ਹੈ, ਉੱਥੋਂ ਤੇਰੀ ਅਰਥੀ ਹੀ ਆਉਣੀ ਚਾਹੀਦੀ ਹੈ। ਉਹ ਅਰਥੀ ਬਹੁਤ ਸਾਰੀਆਂ ਲਾਸ਼ਾਂ ਦੇ ਰੂਪ ਦੇ ਵਿੱਚ ਜਾਂਦੀ ਦੇਖੀ ਹੈ। ਨਹੀਂ, ਬਹੁਤ ਘੱਟ ਹਨ, ਇਹ ਗਲਤ ਹੈ ਜੀ। ਕਿਉਂਕਿ ਹੁਣ ਜਿਹੜੀ ਇਹ ਲੜਕੀ ਨੂੰ ਸੁਪਰੀਮ ਬਣਾਤਾ ਗਿਆ, ਉਹ ਜਿਸ ਪਿੱਛੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੀ ਹੈ, ਉਹ ਝੂਠੇ ਕੇਸ ਪਾਉਂਦੀ ਹੈ, ਸਾਰੀ ਫੈਮਿਲੀ ਤਬਾਹ ਕਰ ਦਿੰਦੀ ਹੈ, ਲੜਕੇ ਦੀ ਫੈਮਿਲੀ, ਹੋਰ ਸਾਰੇ ਜਿਤਨੇ ਵੀ ਬੰਦੇ ਨੇ। ਹੁਣ ਆਮ ਆਦਮੀ ਕਿਸੇ ਦੀ ਗਵਾਹੀ ਦੇਣ ਨਹੀਂ ਜਾਂਦਾ ਕਿ ਸਾਡਾ ਨਾਂ ਲਿਖਵਾ ਦੇਗੀ, ਤੇ ਇਸ ਪਿੱਛੇ ਸਭ ਮੇਨ ਪ੍ਰੋਬਲਮ ਇਹ ਕੇਸ ਹਟਾ ਦਿਓ। ਪਹਿਲੇ ਕਿੱਥੇ ਕੇਸ ਪੈਂਦੇ ਸਨ, ਪਹਿਲੇ ਕਿੰਨੇ ਡਿਵੋਰਸ ਹੁੰਦੇ ਸਨ। ਹੁਣ ਜਿਤਨੇ ਇਹਨਾਂ ਨੂੰ ਪਾਵਰ ਦਿੱਤੀ ਉਤਨਾ ਕੰਮ ਵੱਧ ਰਿਹਾ ਜੀ। ਠੀਕ, ਤੁਹਾਡੀ ਗੱਲ। ਰਜਨੀ, ਤੁਸੀਂ ਕੀ ਕਹੋਗੇ? ਕਿਉਂਕਿ ਤੁਸੀਂ ਇਸ ਮੁੱਦੇ ਨੂੰ ਲਗਾਤਾਰ ਕਵਰ ਵੀ ਕੀਤਾ ਤੇ ਬਤੌਰ ਔਰਤ ਤੁਸੀਂ ਇਹਨੂੰ ਆਪਣੇ ਹੱਡੀ ਵੀ ਹੰਡਾਇਆ। ਜਦੋਂ ਮੈਂ ਪਰਮ ਜੀ ਦਾ ਸਟੇਟਮੈਂਟ ਪੜ੍ਹਿਆ ਸੀ ਅਖਬਾਰ 'ਚ, ਮੈਨੂੰ ਬੜੀ ਨਿਰਾਸ਼ਾ ਹੋਈ ਕਿਉਂਕਿ ਇਸ ਇਸ਼ੂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਸਾਇਟੀ 'ਚ ਪੇਸ਼ੈਂਸ ਹੁਣ ਘਟ ਰਹੀ ਹੈ ਜੀ, ਫੈਮਿਲੀਜ਼ ਸੱਚੀ ਟੁੱਟ ਰਹੀਆਂ ਨੇ, ਸਾਨੂੰ ਪਤਾ ਹੈ। ਬਟ ਤੁਸੀਂ ਸਿਰਫ ਲੜਕੀਆਂ ਨੂੰ ਉਹਦਾ ਜ਼ਿੰਮੇਦਾਰ ਬਣਾ ਦਿਓ। ਇਹ ਇੱਕ ਇਸ਼ੂ ਨੂੰ ਓਵਰ ਸਿੰਪਲੀਫਾਈ ਕਰਨਾ ਹੈਗਾ, ਉਹਨੂੰ ਬਹੁਤ ਬਲੈਕ ਐਂਡ ਵਾਈਟ 'ਚ ਵੇਖਣਾ ਹੈਗਾ। ਕੋਈ ਵੀ ਕੁੜੀ ਜਦੋਂ ਵਿਆਹ ਕੇ ਜਾਂਦੀ ਹੈ ਉਹਦਾ ਇਹ ਮਨਸ਼ਾ ਨਹੀਂ ਹੁੰਦੀ ਮੈਂ ਇਸ ਘਰ ਨੂੰ ਤੋੜ ਦਿਆਂਗੀ, ਮੈਂ ਇੱਥੇ ਪ੍ਰੇਮ ਨਹੀਂ ਰੱਖੂੰਗੀ। ਘਰ 'ਚ ਪ੍ਰੇਮ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਸਾਂਝੀ ਜ਼ਿੰਮੇਵਾਰੀ ਹੁੰਦੀ ਹੈ। ਤੇ ਜਿਹੜੀ ਹੁਣ ਘਰ 'ਚ ਨੋਕ ਝੋਕ ਤੋਂ ਸ਼ੁਰੂ ਹੁੰਦੀ ਹੈ, ਉਹ ਜੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰੋਗੇ ਫਿਰ ਸਾਰਿਆਂ ਦਾ ਸਬਰ ਦਾ ਬੰਦ ਟੁੱਟ ਜਾਂਦਾ ਹੈ। ਪੁਰੀ ਜੀ ਕਹਿ ਰਹੇ ਨੇ ਕਿ ਵੀ ਕੁੜੀਆਂ ਹੀ ਰਿਸਪੌਂਸਿਬਲ ਹੁੰਦੀਆਂ, ਇਹ ਗਲਤ ਗੱਲ ਹੈ। ਸਾਨੂੰ ਪਤਾ ਹੈ ਕਿ ਸੈਂਚੁਰੀਜ਼ ਤੱਕ ਮਦਰ ਇਨ ਲਾ, ਫਾਦਰ ਇਨ ਲਾ, ਜਿਹੜੀ ਇਨ-ਲॉज ਫੈਮਿਲੀ ਹੈ, ਉਹਨਾਂ ਨੇ ਆਪਣੀ ਪਾਵਰ ਨੂੰ ਅਬਿਊਜ਼ ਕੀਤਾ ਹੈ। ਤੇ ਜਦ ਤੱਕ ਕੁੜੀ ਇਸ ਤੇ ਆਪਣਾ ਅੱਖ ਮੂੰਦ ਕੇ ਸਭ ਕੁਝ ਸਹਿ ਰਹੀ ਸੀਗੀ, ਨਾ ਮਾਇਕੇ ਨੂੰ ਕੁਝ ਦੱਸਣਾ ਨਾ ਹੋਰ ਕਿਸੇ ਨੂੰ ਦੱਸਣਾ, ਸਭ ਕੁਝ ਸਹੀ ਜਾਓ। ਤੇ 10 ਸਾਲ 20 ਸਾਲ 25 ਸਾਲ 30 ਸਾਲ ਹੋ ਗਏ ਤੇ ਸਹੀ ਜਾ ਰਹੀ ਹੈ, ਚਲੋ ਜੀ ਪਰਿਵਾਰ ਵੀ ਚੱਲ ਰਹੇ ਨੇ। ਹੁਣ ਜਦੋਂ ਉਹ ਖੁੱਲ ਕੇ ਇਹਦਾ opposition ਕਰ ਰਹੀ ਹੈ, ਤਾਂ ਵਿਰੋਧ ਕਰ ਰਹੀ ਹੈ, ਤੇ ਅਸੀਂ ਕਹਿ ਰਹੇ ਵਿਰੋਧ ਕਿਉਂ ਕਰ ਰਹੀ ਹੈ। ਆਈ ਅਗਰੀ ਕਿ ਬਹੁਤ ਸਾਰੇ ਕੇਸਿਸ ਹੋਏ ਨੇ ਜਿੱਥੇ ਕੁੜੀਆਂ ਨੇ ਜਾਂ ਕੁੜੀ ਦੀ ਫੈਮਿਲੀ ਨੇ ਇਹਨੂੰ ਮਿਸਯੂਜ਼ ਵੀ ਕੀਤਾ ਹੈ, ਝੂਠੇ ਕੇਸਿਸ ਵੀ ਪਾਏ ਨੇ। ਬਟ ਦ ਲਾਰਜ ਮੈਜੋਰਿਟੀ ਇਜ਼ ਜਿੱਥੇ ਕੁੜੀ ਤੇ ਸੱਚੀ ਮੁੱਚੀ ਅਨਿਆਏ ਕੀਤਾ ਗਿਆ ਹੈ, ਇਹ ਸਮਝਿਆ ਗਿਆ ਹੈ ਵੀ ਹੁਣ ਇਹ ਵਿਆਹ ਕੇ ਆ ਗਈ ਹੈ ਤੇ ਸਾਡੀ ਨੌਕਰਾਨੀ ਹੈ ਘਰ ਦੀ ਜਾਂ ਕੁਝ ਸੀ। ਕਿਸੇ ਵੀ ਚੀਜ਼ ਨੂੰ ਤੁਸੀਂ ਬਲੈਕ ਐਂਡ ਵਾਈਟ ਨਹੀਂ ਕਹਿ ਸਕਦੇ। ਕੋਈ ਵੀ ਪਰਿਵਾਰ ਆਪਣੀ ਨੂੰਹ ਨੂੰ ਨੌਕਰਾਨੀ ਬਣਾ ਕੇ ਨਹੀਂ ਰੱਖਣਾ ਚਾਹੁੰਦਾ, ਉਹ ਚਾਹੁੰਦੇ ਨੇ ਕਿ ਪਰਿਵਾਰ ਦਾ ਹਿੱਸਾ ਰਵੇ। ਬਟ ਛੋਟੀ ਮੋਟੀ ਨੋਕ ਝੋਂਕ ਲੜਾਈ ਤੋਂ ਜਿਹੜੀ ਗੱਲ ਸ਼ੁਰੂ ਹੁੰਦੀ ਹੈ, ਫਿਰ ਸਬਰ ਘੱਟ ਹੋ ਕੇ ਇਹ ਬਹੁਤ ਵੱਡਾ ਬਣ ਜਾਂਦਾ ਹੈ ਕੇਸ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਇੱਕ ਇਨਸਾਨ ਹੈ, ਔਰਤ ਵੀ ਇਨਸਾਨ ਹੈ, ਉਹਦੀ ਇੱਕ ਮੂਲ ਜਿਹੜਾ ਉਹਦਾ ਭੌਤਿਕ ਹੱਕ ਹੈ ਉਹ ਆਜ਼ਾਦੀ ਹੈ ਜੀ। ਤੇ ਉਹਨੂੰ ਇਹ ਸਮਝ ਜਾਂਦਾ ਹੈ ਕਿ ਜਿਹੜੀ ਔਰਤ ਹੈ ਉਸ ਨੂੰ ਜਿਹੜਾ ਹੈ ਸਟ੍ਰਿਕਟ ਜਿਹੜਾ ਹੈ ਆਰਡਰ ਕਰੇਗੀ ਮਦਰ ਇਨ ਲਾ, ਫਾਦਰ ਇਨ ਲਾ, ਉਸ ਦਾ ਪਤੀ। ਉਸ ਦੀ ਸੋਚ ਨੂੰ ਬਿਲਕੁਲ ਨਕਾਰਾਤਮਕ ਸਮਝਿਆ ਜਾਂਦਾ ਕਿ ਉਹਦੀ ਕੋਈ ਸੋਚ ਨਹੀਂ ਹੈ, ਐਜ਼ ਇਟ ਇਜ਼। ਦਿਸ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ। ਇਹ ਇੰਨਾ ਇੰਪੋਰਟੈਂਟ ਹੈ, ਜਿਸ ਤਰ੍ਹਾਂ ਪੁਰੀ ਸਾਹਿਬ ਕਹਿ ਰਹੇ ਨੇ ਕਿ ਐਟ ਦਾ ਵੈਰੀ ਸੇਮ ਟਾਈਮ ਇਹਨਾਂ ਦੇ ਵੀ ਬੇਟੀ ਹੈ, ਇਹਨਾਂ ਦੇ ਵੀ ਬੇਟਾ ਹੈ। ਤੇ ਜਦੋਂ ਇਹ ਬੇਟੀ ਨੂੰ ਆਪਣੀ ਨੂੰ ਗਲਤ ਸਿੱਖਿਆ ਦੇ ਰਹੇ ਨੇ, ਜੇ ਇਹ ਗਲਤ ਸਿੱਖਿਆ ਦੇ ਕੇ ਤੋਰ ਰਹੇ ਨੇ, ਤਾਂ ਫਿਰ ਸਾਰੇ ਪੇਰੈਂਟਸ ਗਲਤ ਸਿੱਖਿਆ ਦੇ ਕੇ ਤੋਰ ਰਹੇ ਨੇ। ਇਹ ਅਸੀਂ ਇੰਡੀਵਿਜੂਅਲ ਤੌਰ ਤੇ ਅਸੀਂ ਨਹੀਂ ਡਿਸਕਸ ਕਰ ਰਹੇ, ਅਸੀਂ ਵੀ ਆਰ ਡਿਸਕਸ ਵਿਦ ਇਨ ਦਾ ਹੋਲ ਸਿਨੈਰੀਓ ਕਿ ਹੋਲ ਸਿਨੈਰੀਓ ਜਿਹੜਾ ਸਮਾਜਿਕ ਰੁਝਾਨ ਕੀ ਹੈ। ਤੇ ਸਮਾਜਿਕ ਰੁਝਾਨ ਦੀਆਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਬਹੁਤ ਜਿਹੜੀ ਉਹ ਸਾਡੀ ਸੈਂਕੜੇ ਸਾਲਾਂ ਦਾ ਜਿਹੜਾ ਸੰਘਰਸ਼ ਹੈ ਉਹਦੇ ਉੱਤੇ ਇਹ ਪੋਚਾ ਫੇਰਦੀਆਂ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ। ਤੇ ਜਿਹੜੀ ਔਰਤ ਹੈ ਉਹ ਜਦੋਂ 18 ਸਾਲ ਦੀ 21 ਸਾਲ ਦੀ ਵਿਆਹ ਕੇ ਜਾਂਦੀ ਹੈ, ਉਹ ਚਾਹੇ ਉਹ ਕੋਈ ਵੀ ਕੰਮ ਕਰਨਾ ਚਾਹੁੰਦੀ ਜਾਂ ਨਹੀਂ ਕਰਨਾ ਚਾਹੁੰਦੀ, ਉਸ ਦੀ ਇੱਕ ਮੌਲਿਕ ਅਧਿਕਾਰ ਹੈ ਉਸ ਦਾ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣਾ। ਪਰ ਉਸ ਦੀ ਆਪਣੇ ਪਤੀ ਦੇ ਨਾਲ ਜਿਹੜੀ ਹੈ, ਜੇ ਉਹ ਕਹਿੰਦੇ ਨੇ ਕਿ ਸਾਡੀ ਅੱਜ ਦਾ ਜਿਹੜਾ ਗਲੋਬਲ ਸਮਾਜ ਹੈ, ਸਾਡੀ ਜਿਹੜੀਆਂ ਚੇਂਜਸ ਨੇ, ਟੈਕਨੋਲੋਜੀਕਲ ਸੋਸ਼ਲ ਚੇਂਜਸ ਨੇ, ਇਕਨੋਮਿਕ ਚੇਂਜਸ ਨੇ, ਉਸ ਦੇ ਵਿੱਚ ਜਿਹੜਾ ਹੈ ਸਾਡਾ ਜਿਹੜਾ ਯੂਨੀਪੋਲਰ ਵਰਲਡ ਬਣ ਰਿਹਾ, ਤੇ ਉਧਰ ਸਾਡੇ ਜਿਹੜੇ ਅਕਹਿਰੇ ਸਮਾਜ ਤੇ ਅਕਹਿਰੇ ਪਰਿਵਾਰ ਹੋ ਰਹੇ ਨੇ। ਵੈਸੇ ਹੀ ਕੰਮਾਂ ਦੇ ਕਰਕੇ ਸਾਡੇ ਜੁਆਇੰਟ ਫੈਮਿਲੀ ਜਿਹੜੀ ਹੈ ਟੁੱਟ ਰਹੀ ਹੈ। ਉਹਦੇ ਚ ਕੱਲੀ ਔਰਤ ਜ਼ਿੰਮੇਵਾਰ ਨਹੀਂ ਹੈ ਕਿ ਔਰਤ ਬਾਹਰੋਂ ਆਈ ਹੈ ਤੇ ਔਰਤ ਜਿਹੜੀ ਹੈ ਉਸ ਪਰਿਵਾਰ ਤੋੜਨ ਦੀ ਜ਼ਿੰਮੇਵਾਰ ਹੈ। ਪਰਮਜੀਤ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਬਾਰ-ਬਾਰ ਜਦੋਂ ਰੈਫਰੈਂਸ ਆਉਂਦਾ ਖਾਸ ਤੌਰ ਦੇ ਉੱਤੇ ਔਰਤਾਂ ਖਿਲਾਫ ਵਾਇਲੈਂਸ ਦਾ, ਤੇ ਇੱਕ ਨੈਤਿਕਤਾ ਦਾ ਮੁੱਦਾ ਬਾਰ-ਬਾਰ ਆ ਜਾਂਦਾ।
ਨੈਤਿਕਤਾ ਦਾ ਜਿਹੜਾ ਪੂਰਾ ਜ਼ੋਰ ਹੈ ਉਹ ਔਰਤ ਦੇ ਉੱਤੇ ਹੀ ਜਾ ਕੇ ਪੈਂਦਾ ਹੈ ਕਿ ਨੈਤਿਕਤਾ ਦੀ ਜ਼ਿੰਮੇਵਾਰੀ, ਪਰਿਵਾਰ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਜਿਵੇਂ ਉਸੇ ਦੇ ਸਿਰ ਦੇ ਉੱਤੇ ਹੋਵੇ। ਕਿਉਂਕਿ ਜਿਹੜਾ ਇਹ ਔਰਤਾਂ ਖਿਲਾਫ ਹਿੰਸਾ ਦਾ ਰੁਝਾਨ ਹੈ, ਪਹਿਲਾਂ ਤਾਂ ਉਹ ਘਰ ਦੇ ਅੰਦਰ ਹੀ ਸੀ ਨਾ। ਜੇ ਕੋਈ ਜੀ ਰਾਤ ਨੂੰ ਲੇਟ ਆਇਆ ਤੇ ਸਵੇਰੇ ਘਰੇ ਬੀਬੀ 'ਚ ਕੁੱਟ ਪਈ ਹੋਵੇ ਤੇ ਸ਼ਾਮ ਨੂੰ ਉਹਨੂੰ ਵੀ ਨਹੀਂ ਦੱਸਿਆ ਜਾਂਦਾ ਸੀ, ਫਿਰ ਗਵਾਂਢੀਆਂ ਤੱਕ ਆਇਆ ਤਾਂ ਕਿਤੇ ਸਮਾਜਿਕ ਮੁੱਦਾ ਬਣਿਆ, ਮੁੜ ਕੇ ਜਾ ਕੇ ਫਿਰ ਕਿਤੇ ਕਾਨੂੰਨ ਬਣੇ ਉਹਦੇ ਤੇ ਜਦੋਂ ਅਸੀਂ ਨੈਤਿਕਤਾ ਦਾ ਸਾਰਾ ਬੋਝ ਹਲੇ ਵੀ ਔਰਤ ਤੇ ਪਾਉਂਦੇ ਆ ਤੇ ਆਪਾਂ ਨੂੰ ਇਹਦੇ ਬਾਰੇ ਕੁਝ ਦੁਬਾਰਾ ਸੋਚਣ ਦੀ ਲੋੜ ਨਹੀਂ। ਨਹੀਂ, ਬਿਲਕੁਲ ਜਿਵੇਂ ਆਮ ਇਹ ਗੱਲ ਆਉਂਦੀ ਹੈ ਕਿ ਗ੍ਰਹਿਸਥੀ ਨੂੰ ਚਲਾਉਣ ਵਾਸਤੇ ਇੱਕ ਗੱਡੀ ਦੇ ਦੋ ਪਹੀਆਂ ਵਾਂਗੂ ਦੋਵਾਂ ਦੀ ਜ਼ਿੰਮੇਵਾਰੀ ਹੈ। ਜੇ ਗ੍ਰਹਿਸਥੀ ਨੂੰ ਚਲਾਉਣ ਵਾਸਤੇ ਦੋਵਾਂ ਦੀ ਜ਼ਿੰਮੇਵਾਰੀ ਹੈ ਤਾਂ ਉਸ ਪਰਿਵਾਰ ਨੂੰ, ਉਸ ਗ੍ਰਹਿਸਥੀ ਨੂੰ ਬਚਾਉਣ ਦੀ ਵੀ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਜਿਵੇਂ ਮੈਂ ਆਪਣੇ ਬਿਆਨ 'ਚ ਵੀ ਕਿਹਾ, ਮੈਡਮ ਢਿੱਲੋਂ ਦਾ ਵੀ ਹੁਣ ਸਟੇਟਮੈਂਟ ਹੈ ਕਿ ਸ਼ਰਾਬ ਹੈ ਜਿਹੜੀ ਸਭ ਤੋਂ ਵੱਡਾ ਮੁੱਦਾ ਬਣ ਰਿਹਾ। ਕਮਿਸ਼ਨ ਦੇ ਵਿੱਚ ਜਿੱਦਾਂ ਕੇਸ ਆ ਰਹੇ ਨੇ, ਮੈਂ ਇਹ ਦੇਖਿਆ ਕਿ 80% ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਵਿੱਚ ਸ਼ਰਾਬ ਹੈ ਜਾਂ ਦੂਜੇ ਨਸ਼ੇ ਨੇ, ਡਰੱਗਸ ਨੇ, ਉਹ ਮੇਨ ਜਿਹੜਾ ਹੈ ਕਾਰਨ ਬਣਦੇ ਜਾ ਰਹੇ ਨੇ। ਉਹਦਾ ਪੰਜਾਬ ਦੇ ਵਿੱਚ ਹੁਣ ਰਿਸ਼ਤਾ ਕਰਨਾ ਹੋਵੇ, ਉਦੋਂ ਇਹ ਗੱਲ ਕਰੀਏ ਕਿ ਸਿਰਫ ਔਰਤ ਹੀ ਨੈਤਿਕਤਾ ਨਿਭਾਵੇ, ਕਿ ਬੰਦੇ ਦੀ ਨੈਤਿਕਤਾ ਕਿੱਥੇ ਗਈ? ਫਿਰ ਉਹਨੂੰ ਵੀ ਨਿਭਾਉਣ ਦੀ ਜ਼ਰੂਰਤ ਹੈ ਤੇ ਔਰਤ ਵੀ ਥੋੜੀ ਜੀ ਪੇਸ਼ੈਂਸ ਦੀ ਗੱਲ ਹੈ ਕਿ ਦੋਵੇਂ ਰਲ ਮਿਲ ਕੇ ਰਹਿਣਗੇ ਤਾਂ ਮੇਰੇ ਖਿਆਲ ਨਾਲ ਤੁਸੀਂ ਔਰਤ ਨੂੰ ਗਲਤ ਕਹਿੰਦੇ ਹੋ, ਤੁਸੀਂ ਬਹੂ ਨੂੰ ਕਹੋ। ਤੁਸੀਂ ਵੂਮਨ ਸੈੱਲ ਬਣਾਏ ਜਿਤਨੇ, ਉੱਥੇ ਔਰਤ ਵੀ ਆਉਂਦੀ ਹੈ, ਮਾਂ ਵੀ ਆਉਂਦੀ ਹੈ, ਸੱਸ ਵੀ ਆਉਂਦੀ ਹੈ, ਉਹਨੂੰ ਸਵੇਰ ਤੋਂ ਸ਼ਾਮ ਤੱਕ ਬਿਠਾਈ ਰੱਖਦਾ। ਕੁੜੀ ਉੱਥੇ ਦੇਖ ਕੇ ਉੱਥੇ ਗਾਲੀਆਂ ਕਰਦੀ ਹੈ, ਉਹਨੂੰ ਹਰਾਸ ਕਰਦੇ ਮਾਂ ਬਾਪ ਨੂੰ, ਉੱਤੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹ ਵੀ ਤੇ ਔਰਤ ਆ ਉੱਥੇ। ਕਿਉਂ ਨਹੀਂ ਤੁਸੀਂ ਵੂਮਨ ਸੈੱਲ ਦਾ ਨਾਮ, ਤੁਸੀਂ ਵੂਮਨ ਦਾ ਫਾਇਦਾ ਉਠਾ ਕੇ ਵੂਮਨ ਸੈੱਲ ਰੱਖਿਆ, ਬਹੁਤ ਸੈੱਲ ਰੱਖੋ, ਸਾਰੇ ਬਹੁਤ ਸੈੱਲ। ਪਰ ਜਦੋਂ ਆਪਾਂ, ਚਾਹੇ ਉਹ ਮਾਂ ਹੋਵੇ, ਚਾਹੇ ਉਹ ਬਹੂ ਹੋਵੇ, ਚਾਹੇ ਬੇਟੀ ਹੋਵੇ, ਜਦੋਂ ਉਹਨਾਂ ਨੂੰ ਸਮਾਜਿਕ ਪਛਾਣ ਦੇ ਤੌਰ ਤੇ ਦੇਖਾਂਗੇ ਫਿਰ ਅਸੀਂ ਉਹਨਾਂ ਨੂੰ ਕੁੜੀਆਂ, ਬੀਬੀਆਂ ਜਾਂ ਵੂਮਨ ਹੀ ਕਹਾਂਗੇ। ਹਾਂਜੀ, ਉਹ ਸਾਰੀਆਂ ਇੱਕੋ ਖਾਤੇ ਆਉਣਗੀਆਂ। ਨਹੀਂ, ਵੂਮਨ ਤੇ ਉਹ ਸਾਰੀਆਂ ਵੂਮਨ ਤੇ ਸੱਸ ਵੀ ਵੂਮਨ ਹੈ। ਨਹੀਂ, ਇੱਕ ਮਿੰਟ, ਡੋਮੈਸਟਿਕ ਵਾਇਲੈਂਸ ਜਿਹੜੀ ਹੈ ਉਹ ਕੇਵਲ ਔਰਤਾਂ ਨਾਲ ਰਿਲੇਟਡ ਨਹੀਂ। ਡੋਮੈਸਟਿਕ ਵਾਇਲੈਂਸ ਜਿਹੜੀ ਸੀਨੀਅਰਸ ਦੇ ਨਾਲ ਵੀ ਹੈ, ਬੱਚਿਆਂ ਦੇ ਨਾਲ ਵੀ ਹੈ। ਉੱਥੇ ਵੀ ਤੇ ਔਰਤ ਆ ਰਹੀ ਹੈ ਜਿਹੜੀ ਸੱਸ ਹੈ, ਜਿਹੜੀ ਜਿਹਦੇ ਨਾਲ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ। ਤੁਸੀਂ ਜਿਹੜਾ ਡੋਮੈਸਟਿਕ ਵਾਇਲੈਂਸ, ਯੂ ਸ਼ੁੱਡ ਅੰਡਰਸਟੈਂਡ ਇਨ ਦਾ ਬ੍ਰੌਡਰ ਸੈਂਸ। ਜਿੱਥੇ ਸੀਨੀਅਰਸ ਦੇ ਵਿੱਚ ਜਿਹੜੀ ਹੈ, ਸਾਡੇ ਬਜ਼ੁਰਗਾਂ ਦੇ ਨਾਲ ਡੋਮੈਸਟਿਕ ਵਾਇਲੈਂਸ ਘਰ 'ਚ ਹੋ ਰਹੀ ਹੈ, ਔਰਤਾਂ ਦੇ ਨਾਲ ਵੀ ਹੋ ਰਹੀ ਹੈ। ਔਰਤਾਂ ਇਹਦਾ ਜ਼ਿਆਦਾ ਸ਼ਿਕਾਰ ਹੋ ਰਹੀਆਂ ਨੇ ਕਿਉਂਕਿ ਔਰਤਾਂ ਜਿਹੜੀਆਂ ਵੀਕਰ ਸੈਕਸ ਨੇ, ਔਰਤਾਂ ਜਿਹੜੀਆਂ ਸਾਡੇ ਸਭ ਤੋਂ ਜ਼ਿਆਦਾ ਗਲਤ ਕਹਿ ਰਹੇ ਹੋ। ਹੁਣ ਔਰਤਾਂ ਅਬਲਾ ਨਾਰੀ ਨਹੀਂ ਹੈ, ਉਹ ਚੀਜ਼ ਅਤੇ ਅਬਲਾ ਨਾਰੀ ਹੋਣੀ ਵੀ ਨਹੀਂ ਚਾਹੀਦੀ, ਬਿਲਕੁਲ ਹੋਣੀ ਵੀ ਨਹੀਂ ਚਾਹੀਦੀ। ਪੂਰੀ ਸਾਹਿਬ ਦੀ ਗੱਲ ਦਾ ਜਵਾਬ ਮੈਂ ਜਿਵੇਂ ਕਹਿ ਰਹੇ ਨੇ ਕਿ ਸਿਰਫ ਬਹੂਆਂ ਦੀ ਸੁਣੀ ਜਾਂਦੀ ਹੈ, ਵੂਮਨ ਸੈੱਲ ਹੋਵੇ ਚਾਹੇ ਵੂਮਨ ਕਮਿਸ਼ਨ। ਪਰ ਮੈਂ ਇਹ ਗੱਲ ਕਲੈਰੀਫਾਈ ਕਰਦੀ ਹਾਂ ਕਿ ਸਾਡੇ ਕੋਲੇ ਇਹੋ ਜਿਹੇ ਕੇਸ ਵੀ ਬਹੁਤ ਆਉਂਦੇ ਨੇ ਜਿਹੜੇ ਸੱਸ ਵੱਲੋਂ ਐਪਲੀਕੇਸ਼ਨ ਹੁੰਦੀ ਹੈ ਔਰ ਅਸੀਂ ਉਹਨਾਂ ਦੀ ਵੀ ਸੁਣਵਾਈ ਕਰਦੇ ਹਾਂ। ਕੁਝ ਹੋਣੇ ਅਸੀਂ ਕਹਿੰਦੇ ਜਿਹੜਾ ਗੁਨਾਹਗਾਰ ਉਹਨੂੰ ਮੈਕਸਿਮਮ ਕੇਸਿਸ ਜੇ ਕਹੋ, ਅਸੀਂ ਕਹਿੰਦੇ ਲਾਈਫ ਡਾਇਰੈਕਟਰ ਟੈਸਟ ਲਾ, ਮੁੰਡਾ ਗੁਨਾਹਗਾਰ ਉਸ ਵੇਲੇ ਫਾਂਸੀ ਲਾਓ, ਕੁੜੀ ਨੂੰ ਸਜ਼ਾ ਕਰ ਤੇ ਕੁੜੀ ਨੂੰ ਕਰੋ ਤਾਂ ਜੇ ਕੇਸ ਰੁਕਣ। ਤੁਹਾਡੇ ਕੇਸ ਰੁਕਦੇ ਪਏ, ਤੁਹਾਡੇ ਕੇਸ ਵੱਧਦੇ ਪਏ ਕਿਸ ਪਿੱਛੇ? ਕਿਉਂਕਿ ਤੁਸੀਂ ਕੁੜੀ ਨੂੰ ਪਾਵਰ ਦਿੱਤੀ ਹੋਈ ਹੈ, ਉਹ ਜੋ ਮਰਜ਼ੀ ਕਰਦੇ, ਜਿਹਦਾ ਮਰਜ਼ੀ ਨਾਲ ਲਿਖਾਉਂਦੇ। ਪਰ ਸਭ ਕਿਤੇ ਗੱਲ ਐਂ ਚੱਲਦੀ ਕਿ ਵੀ ਜਿਹੜਾ ਸਾਡਾ ਮੁੰਡਿਆਂ ਨੂੰ ਪਾਵਰ ਦਿੱਤੀ ਹੋਈ ਹੈ, ਔਰਤ ਜਿਹੜੀ ਹੈ, ਔਰਤ ਅਬਿਊਜ਼ ਹੋ ਰਹੀ ਹੈ। ਕਿੱਥੇ ਪਹਿਲੇ ਡਿਵੋਰਸ ਹੁੰਦੇ ਸਨ, ਕਿੱਥੇ ਪਹਿਲੇ ਡੋਮੈਸਟਿਕ ਵਾਇਲੈਂਸ ਤਾਂ ਕਰਕੇ ਨਹੀਂ ਹੁੰਦੇ ਸੀ ਕਿਉਂਕਿ ਸਾਰੇ ਚੁੱਪ ਰਹਿੰਦੇ ਸੀ, ਔਰਤ ਵੀ ਚੁੱਪ ਰਹਿੰਦੀ ਸੀ ਵੀ ਸਾਰੇ ਕੇਸ ਜਿਹੜੇ ਭ੍ਰਸ਼ਟਾਚਾਰ ਦੇ ਕਾਪੇ। ਪਹਿਲੇ ਵਕਤ ਬਜ਼ੁਰਗ ਆਂਦਾ ਸੀ, ਪਹਿਲੇ ਖੰਗਦਾ ਸੀ, ਕਰਦਾ ਸੀ, ਘਰ ਪਤਾ ਲੱਗਦਾ ਧੀਆਂ ਨੂੰ ਕਿ ਮੈਂ ਆ ਗਿਆ, ਉਹ ਢੱਕ ਲੈਣ, ਆਪਣਾ ਚੁੰਨੀ ਕਰ ਲੈਣ। ਹੁਣ ਕਿਤੇ ਹੁਣ ਬੇਸ਼ਰਮੀ ਦੀ ਹੱਦ ਹੈ। ਹੁਣ ਕੁੜੀਆਂ ਇਸ ਤਰ੍ਹਾਂ ਕੱਪੜੇ ਪਾ ਲੈਂਦੀਆਂ। ਸਾਡੇ ਪੰਜਾਬ ਨੂੰ ਬੁਰਕੇ ਦੇ ਵਿੱਚ ਤੁਸੀਂ ਲਪੇਟਣਾ ਚਾਹੁੰਦੇ ਹੋ? ਨਹੀਂ, ਬੁਰਕੇ ਨਹੀਂ ਲਪੇਟਣਾ ਚਾਹੁੰਦੇ, ਪਰ ਤੁਸੀਂ ਗਲਤ ਜਿਹੜਾ ਵੂਮਨ ਦੇ ਨਾਲ ਜਾਸਤੀ ਹੋ ਰਹੀ ਹੈ ਉਹ ਨਾਲ ਸਾਰੇ ਘਰ ਤੋਂ ਹੀ ਤਬਾਹ ਕਰਦੇ ਪਏ ਹੋ ਤੁਸੀਂ। ਸਾਰੇ ਲੋਕਾਂ ਦੀ ਲਾਈਫ ਖਤਮ, ਕਿੰਨੇ ਘਰ ਤਬਾਹ ਹੋਣੇ, ਕਿੰਨੇ ਤੁਸੀਂ ਘਰ ਉਲਟਾ ਤੁਸੀਂ ਘਰ ਬਣਾ ਕੇ ਉਲਟਾ ਤੁਸੀਂ ਤਬਾਹ ਕਰ ਰਹੇ ਹੋ। ਇੱਕ ਕੁੜੀ ਆ ਗਈ 50 ਲੱਖ ਲੈ ਕੇ ਆਈ ਹੈ। ਕਮਲਜੀਤ ਜੀ ਨੇ ਬਿਲਕੁਲ ਨਹੀਂ ਕਿਹਾ ਕਿ ਕੁੜੀਆਂ 'ਚ ਸਬਰ ਨਹੀਂ ਹੋਣਾ ਚਾਹੀਦਾ, ਪਰ ਜਿਹੜਾ ਸਾਂਝੀ ਰਿਸਪੌਂਸਿਬਿਲਿਟੀ ਹੈ, ਇਟਸ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਪਰਿਵਾਰ 'ਚ ਪ੍ਰੇਮ, ਤੁਸੀਂ ਨਾ ਕੁੜੀ ਨੂੰ ਅਕੇਲੇ ਬਲੇਮ ਕਰ ਸਕਦੇ ਹੋ, ਨਾ ਤੁਸੀਂ ਸੱਸ ਸਸੁਰ ਨੂੰ ਅਕੇਲੇ ਬਲੇਮ ਕਰ ਸਕਦੇ ਹੋ। ਜਿਵੇਂ ਕੁੜੀ ਦੀ ਰਿਸਪੌਂਸਿਬਿਲਿਟੀ ਪਰਿਵਾਰ 'ਚ ਪ੍ਰੇਮ, ਸੱਸ ਸਸੁਰ ਦੀ ਵੀ ਹੈਗੀ ਹੈ, ਠੀਕ ਹੈ। ਤੇ ਸਾਡੇ ਸੁਸਾਇਟੀ 'ਚ ਸਾਰਿਆਂ ਨੂੰ ਪਤਾ ਹੈ, ਘਰ ਘਰ ਦੀ ਕਹਾਣੀ ਹੈਗੀ ਹੈ ਕਿ ਸੱਸ ਸਸੁਰ ਨੇ, ਇਨ-ਲॉज ਨੇ ਆਪਣੀ ਪੋਜੀਸ਼ਨ ਨੂੰ ਫॉर ਸੈਂਚੁਰੀਜ਼ ਅਬਿਊਜ਼ ਕੀਤਾ ਹੈ। ਉਹ ਅਬਿਊਜ਼ ਕਰ ਕਰਕੇ ਔਰਤ ਇੰਨੀ ਦਬ ਚੁੱਕੀ ਕਿ ਸਰਕਾਰ ਨੇ ਹੁਣ ਕੁੜੀ ਨੂੰ ਪਾਵਰ ਦਿੱਤੀ ਹੈ ਕਿ ਤੁਸੀਂ ਆਪਣੇ ਹੱਕ ਦੀ ਮੰਗ ਕਰ ਸਕਦੇ ਹੋ ਕਿ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਨਹੀਂ ਹੋਣੀ ਚਾਹੀਦੀ। ਐਟ ਦ ਸੇਮ ਟਾਈਮ ਆਈ ਐਗਰੀ ਕਿ ਬਹੁਤ ਸਾਰੇ ਕੇਸਿਸ ਹੋਏ ਨੇ ਜਿੱਥੇ ਇਨ-ਲॉज ਨੂੰ ਵੀ ਅਬਿਊਜ਼ ਕੀਤਾ ਗਿਆ ਹੈ, ਉਹਨਾਂ ਤੇ ਝੂਠੇ ਕੇਸਿਸ ਪਾਏ ਗਏ ਨੇ, ਬਟ ਸਟਿਲ ਇਹ ਬਹੁਤ ਛੋਟਾ ਪਰਸੈਂਟੇਜ ਹੈ ਇਨ ਦੀ ਲਾਰਜਰ ਟੋਟੈਲਿਟੀ। ਕਿਉਂ ਕਮਲਜੀਤ ਜੀ? ਬਿਲਕੁਲ ਇਟਸ ਅ ਵੈਰੀ ਸਮਾਲ ਪਰਸੈਂਟੇਜ। ਗਲਤ ਕਹਿ ਰਹੇ ਹੋ। ਨਹੀਂ, ਜਿਹੜੇ ਸਰਵੇ ਹੈ, ਨਹੀਂ ਜਿਹੜੇ ਸਰਵੇ ਹੈ ਉਹ ਝੂਠੇ ਹੈ ਜਾਂ ਜਿਹੜਾ ਸਾਡਾ ਪਰਸਨਲ ਜਿਹੜਾ ਐਟੀਟਿਊਡ ਹੈ ਉਹ ਹੈ। ਤੁਸੀਂ ਦੇਖੋ, ਕਮਲਜੀਤ
ਜੇ ਇਹਨੂੰ ਆਪਾਂ ਪਰਸਨਲ ਐਟੀਟਿਊਡ ਦੀ ਬਜਾਏ ਇਹਨੂੰ ਇਦਾਂ ਦੇਖੀਏ ਕਿ ਜੋ ਇੱਕ ਬੰਦੇ ਦੇ ਹੱਡਾਂ ਦੇ ਉੱਤੇ ਬੀਤੀ ਹੈ, ਕਈ ਵਾਰ ਉਸੇ ਨੂੰ ਸਮਾਜਿਕ ਰੁਝਾਨ ਮੰਨ ਲਿਆ ਜਾਂਦਾ ਹੈ। ਖਾਸ ਤੌਰ ਦੇ ਉੱਤੇ ਜੇ ਕੋਈ ਇਸ ਗੱਲ ਦਾ ਨੁਕਸਾਨ ਕਿਸੇ ਨੂੰ ਝੱਲਣਾ ਪਿਆ ਕਿ ਉਹਦੇ ਤੇ ਝੂਠਾ ਕੇਸ ਹੋਇਆ ਜਾਂ ਕਿਸੇ ਬੀਬੀ ਨੇ ਸਾਰੇ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ, ਤੇ ਉਹਨੂੰ ਇਹ ਲੱਗਦਾ ਕਿ ਸ਼ਾਇਦ ਸਾਰੀ ਦੁਨੀਆ ਹੀ ਦੁਰਵਰਤੋਂ ਕਰ ਰਹੀ ਹੈ। ਇਹਨਾਂ ਦੇ ਬਿਆਨ ਨੂੰ ਆਪਾਂ ਇੱਕ ਸਮਾਜ ਸ਼ਾਸਤਰੀ ਦੇ ਬਿਆਨ ਦੀ ਬਜਾਏ ਇੱਕ ਬੰਦੇ ਦੇ ਬਿਆਨ ਦੇ ਤੌਰ ਦੇ ਉੱਤੇ ਇੱਕ ਤਜਰਬੇ ਦੇ ਤੌਰ ਤੇ ਸਮਝ ਸਕਦੇ ਹਾਂ ਕਿ ਕਨਸਟੀਟਿਊਸ਼ਨ ਹਰ ਇੱਕ ਸਿਟੀਜ਼ਨ ਨੂੰ ਇੱਕ ਬਰਾਬਰ ਦਾ ਅਧਿਕਾਰ ਦਿੰਦਾ ਹੈ, ਬਰਾਬਰ ਦਾ ਜਿਉਣ ਦਾ ਹੱਕ ਦਿੰਦਾ ਹੈ, ਬਰਾਬਰ ਦੀ ਆਜ਼ਾਦੀ ਦਿੰਦਾ, ਬਰਾਬਰ ਦਾ ਸੋਚਣ ਦਾ ਅਧਿਕਾਰ ਦਿੰਦਾ ਹੈ। ਤੇ ਜਦੋਂ ਕਿਸੇ ਵੀ ਕਨਸਟੀਟਿਊਸ਼ਨ ਦੇ ਪੁਆਇੰਟ ਆਫ View ਨਾਲ ਇੱਕ ਚਾਹੇ ਔਰਤ ਹੈ ਚਾਹੇ ਮਰਦ ਹੈ, ਉਹਦੇ ਜਿਹੜੇ ਆਜ਼ਾਦੀ ਦੇ ਉਹਦੇ ਉੱਤੇ ਜਦੋਂ ਉਹਦੇ ਤੇ ਉਲੰਘਣਾ ਹੁੰਦੀ ਜਾਂ ਦੂਸਰਾ ਉਸ ਨੂੰ ਜਿਹੜਾ ਹੈ ਮਿਸਯੂਜ਼ ਕਰਦਾ ਹੈ, ਤੇ ਉਹਦਾ ਹੱਕ ਹੈ ਕਿ ਉਹ ਆਪਣੀ ਗੱਲ ਜਿਹੜੀ ਹੈ ਸਰਕਾਰ ਦੇ ਕੋਲੇ ਲਾ ਪੁਆਇੰਟ ਆਫ View ਨਾਲ ਜਾਵੇ। ਹੁਣ ਔਰਤ ਜਸਟਿਸ ਲਈ ਜਾਵੇ। ਔਰਤ ਅੱਜ ਕੱਲ ਜਦੋਂ ਪੜ੍ਹ ਲਿਖ ਰਹੀ ਹੈ, ਔਰਤ ਨੂੰ ਅਸੀਂ ਇਹਦਾ ਕਹਿ ਰਹੇ ਹਾਂ ਕਿ ਕਮਾ ਕੇ ਲੈ ਕੇ ਆਵੇ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਘਰ ਦੇ ਵਿੱਚ ਚੁੱਪ ਰਵੇ। ਜਦੋਂ ਉਹ ਬਾਹਰ ਨਿਕਲੇਗੀ, ਬਾਹਰ ਆਪਣੇ ਜਿਹੜੇ ਹੱਕਾਂ ਬਾਰੇ, ਆਪਣੇ ਫਰਜ਼ਾਂ ਬਾਰੇ ਵੀ ਉਹ ਚੇਤਨ ਕਮਾ ਕੇ ਲਿਆ ਕੇ ਜਿਹੜੀ ਕਮਾ ਕੇ ਲੈ ਕੇ ਤਨਖਾਹ ਆਪਣੇ ਕੋਲ ਰੱਖਦੀ ਹੈ, ਘਰ ਥੋੜੀ ਜਾਂਦੀ ਹੈ। ਬਹੁਤ ਹੀ ਬਲੈਕ ਐਂਡ ਵਾਈਟ ਤੁਹਾਡੀ ਨਜ਼ਰੀਆ ਨਾ, ਤੁਹਾਡਾ ਨਜ਼ਰੀਆ ਬਹੁਤ ਹੀ ਬਲੈਕ ਐਂਡ ਵਾਈਟ ਹੋ ਗਿਆ। ਤਨਖਾਹ ਆਪਣੇ ਕੋਲ ਰੱਖਦੀ ਹੈ, ਮਤਲਬ ਉਹਦਾ ਵਿਆਹ ਜਿਹੜਾ ਇੱਕ ਮਰਦ ਦੇ ਨਾਲ ਹੋਇਆ, ਫਸਟ ਫੈਮਿਲੀ ਉਸਦੀ ਹੈ। ਹਾਂ, ਤੇ ਫਿਰ ਦੋਨੋਂ ਦਾ ਚਾਹੀਦਾ ਵੀ ਜੇ ਦੋਨੋਂ ਇਨਕਮ ਆਈ ਹੈ, ਕਰ ਦੋਨੋਂ ਬਰਾਬਰ ਦਾ ਖਰਚਾ ਕਰੋ, ਬਰਾਬਰ ਦਾ ਚਲੋ। ਜੇ ਇੱਕ ਲੜਕਾ, ਇਹ 100% ਕੇਸਿਸ ਨੇ, ਅਗਰ ਲੜਕਾ ਮਾਂ ਪਿਓ ਦੀ ਇੱਜ਼ਤ ਕਰਦਾ ਤੇ ਨੂੰਹ ਜ਼ਰੂਰ ਕਰੇਗੀ। ਅਗਰ ਲੜਕਾ ਹੀ ਨਹੀਂ ਕਰਦਾ, ਅਸੀਂ ਆਸ ਹੀ ਰੱਖਦੇ ਹਾਂ ਕਿ ਨੂੰਹ ਸਾਡੀ ਮਦਦ ਕਰੇ, ਨੂੰਹ ਸੇਵਾ ਕਰੇ। ਸ਼ੀ ਇਜ਼ ਨਾਟ ਅ ਸਰਵੈਂਟ। ਲੜਕਾ ਪਹਿਲਾ ਹੱਕ ਲੜਕੇ ਦਾ 20-22 ਸਾਲ ਦਾ ਕਿਉਂ ਦੇਵੇ? ਕਿਉਂ ਦੇਵੇ? ਬਹੁਤ ਬਲੈਕ ਐਂਡ ਵਾਈਟ ਸੋਚ, ਬਹੁਤ ਬਲੈਕ ਐਂਡ ਵਾਈਟ। ਆਈ ਥਿੰਕ ਕਮਲ ਜੀ ਜਿਹੜਾ ਪੁਆਇੰਟ ਬਣਾ ਰਹੇ ਨੇ, ਜਿਹੜਾ ਹੈ ਉਹ 22 ਸਾਲ ਤੋਂ ਆਪਣੇ ਪੇਰੈਂਟਸ ਦੇ ਨਾਲ ਐਸੋਸੀਏਟ ਹੈ। ਫਰਸਟ ਡਿਊਟੀ ਉਸਦੀ ਹੈ। ਉਸ ਤੋਂ ਬਾਅਦ ਜਿਹੜੀ ਉਹ ਲੇਡੀ ਆ ਰਹੀ ਹੈ, ਉਸ ਦਾ ਰਿਲੇਸ਼ਨਸ਼ਿਪ ਹੀ ਨਹੀਂ ਬਣਿਆ ਹਜੇ ਉਹਦੇ ਨਾਲ। ਉਹਨੇ ਰਿਲੇਸ਼ਨਸ਼ਿਪ 2-4-5 ਸਾਲ ਦੇ ਵਿੱਚ ਬਣਾਉਣਾ ਹੈ, ਜਿਸ ਨੂੰ ਫੈਸਿਲਿਟੇਟ ਸੱਸ ਸਹੁਰੇ ਨੇ ਕਰਨਾ ਇੱਕ ਨਵੀਂ এনवायरमेंट ਦੇ ਵਿੱਚ। ਅਲੱਗ ਕਰ ਦਿੰਦੇ, ਫਿਰ ਉੱਥੇ ਕਿਉਂ ਨਹੀਂ ਰਹਿੰਦੀ? ਤੁਸੀਂ ਹਰ ਚੀਜ਼ 'ਚ ਬੜੀ ਬਲੈਕ ਐਂਡ ਵਾਈਟ ਸੋਚਣਾ, ਬੜਾ ਕੰਪਾਰਟਮੈਂਟਲਾਈਜ਼ ਕਰ ਦਿੰਦੇ ਹੋ। On the contrary, Kamal ji, she is talking women's rights, but at the same time, her views highly balanced. ਤੁਸੀਂ ਬਹੁਤ ਹੀ ਬੈਲੈਂਸ ਗੱਲ ਕਰ ਰਹੇ ਹੋ। ਉਹ ਕਦੇ ਵੀ ਨਹੀਂ ਕਹਿ ਰਹੇ ਕਿ ਕੁੜੀ ਲੜਾਈ ਕਰੇ, ਪਰ ਤੁਸੀਂ ਹਰ ਜਿਹੜੀ ਆਰਗੂਮੈਂਟ ਹੁੰਦੀ ਤੁਸੀਂ ਕਹਿੰਦੇ ਹੋ ਲੜਕੀ ਇੰਜ ਕਰ ਦਿੰਦੀ ਹੈ, ਲੜਕੀ ਸੱਸ ਨੂੰ ਚਾਹ ਨਹੀਂ ਬਣਾ ਕੇ ਦਿੰਦੀ। ਇਹ ਇੱਥੇ ਕਿੱਥੇ ਨਹੀਂ ਹੁੰਦਾ? ਦੇਖੋ ਜੀ, ਜਿਸ ਕਿਸ ਪਿੱਛੇ ਸਾਰਾ ਚੱਕਰ ਹੀ ਉਹਨਾਂ ਦਾ ਚਲਾਇਆ, ਜੇ ਹੁੰਦੀ ਤੇ ਵੱਧਦੇ ਕਿਉਂ ਪਿੱਛੇ? ਨਹੀਂ, ਫਿਰ ਆਪਾਂ ਸਰਵੈਂਟ ਰੱਖ ਲਈਏ ਇੱਕ ਜਿਹੜੀ ਚਾਹ ਬਣਾਉਣ ਦੇ ਲਈ। ਤਾਂ ਪੁਰੀ ਸਾਹਿਬ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੀ ਜਿੰਨੇ ਇਹ ਮਾਮਲੇ ਵਧੇ ਨੇ, ਇਹ ਸਾਰੇ ਕੁੜੀਆਂ ਕਰਕੇ ਵਧੇ ਨੇ? ਕੁਝ ਚੰਦ ਮੁੰਡੇ ਨੇ, ਚੰਦ ਅਸੀਂ ਕਹਿੰਦੇ ਮੁੰਡੇ ਜਿਹੜੇ ਗੁਨੇਗਾਰ, ਉਹਨਾਂ ਨੂੰ ਫਾਂਸੀ ਦਿਓ, ਉਹਨਾਂ ਨੂੰ ਸਜ਼ਾ ਦਿਓ, ਜੋ ਮਰਜ਼ੀ ਕਰੋ, ਚੁਰਾਏ ਤੇ ਖੜਾ ਕਰਕੇ ਮਾਰੋ। ਨਹੀਂ ਚਲੋ ਤੁਸੀਂ ਰੇਪ ਦਾ ਕੇਸ ਕਰੀ, ਕੁੜੀ ਮਾਂ-ਬਾਪ ਦੇ ਨਾਲ ਰਾਤੀ 2 ਵਜੇ ਆਂਦੀ, ਕਦੀ ਰੇਪ ਹੋਇਆ। ਗਰਭ ਦੇ ਵਿੱਚ ਜਿਹੜੀ ਪੁਰੀ ਸਾਹਿਬ ਜਿਹੜੀ ਗਰਭ ਦੇ ਵਿੱਚ ਕੁੜੀ ਮਾਰੀ ਜਾ ਰਹੀ ਹੈ, ਗਰਭ ਦੇ ਵਿੱਚ ਕੁੜੀ ਜਿਹੜੀ ਮਾਰੀ ਜਾ ਰਹੀ ਹੈ, ਉਹ ਤੇ ਹਜੇ ਪੈਦਾ ਹੀ ਨਹੀਂ ਹੋਈ। ਉਹ ਮਾਨਸਿਕਤਾ ਕਿਹੜੀ ਹੈ ਜਿਹੜੀ ਗਰਭ ਦੇ ਵਿੱਚ ਉਹਨੂੰ ਕਤਲ ਕੀਤਾ ਜਾ ਰਿਹਾ? ਜਿਹੜਾ ਕਰਦੇ ਉਹਨਾਂ ਨੂੰ ਫਾਂਸੀ ਦਿਓ, ਉਹਨਾਂ ਨੂੰ ਸਟ੍ਰੇਟ ਅਵੇ ਫਾਂਸੀ ਦਿਓ। ਕਿਉਂ 10-10 ਸਾਲ ਕੇਸ ਲਟਕਾਉਂਦੇ ਰਹਿੰਦੇ ਹੋ ਤੁਸੀਂ? ਉਸੇ ਟਾਈਮ ਮਤਲਬ ਕਿਉਂਕਿ ਕੁੜੀਆਂ ਆਪਣੀ ਮਰਜ਼ੀ ਕਰ ਰਹੀਆਂ ਨੇ, ਇਸੇ ਕਰਕੇ ਬਲਾਤਕਾਰ ਹੋ ਰਹੇ ਨੇ। ਤੁਸੀਂ ਇਹੀ ਕਿਹਾ ਸੀ ਨਾ? ਹਾਂਜੀ। ਮਤਲਬ ਜੇ ਉਹ ਮਾਪਿਆਂ ਨਾਲ ਜਾਣਗੇ ਫਿਰ ਬਲਾਤਕਾਰ ਨਹੀਂ ਹੋਣਗੇ। ਬਿਲਕੁਲ ਇਹ ਗਲਤ ਸਟੇਟਮੈਂਟ। ਇੱਕ ਮਿੰਟ ਉਹਨਾਂ ਨੂੰ ਆਪਣੀ ਗੱਲ ਕਹਿਣ ਦਿਓ। ਪੁਰੀ ਸਾਹਿਬ ਤੁਸੀਂ ਇੱਕ ਵਾਰ ਗੱਲ ਦੁਹਰਾ ਦਿਓ ਜਿਹੜੀ ਕਹੀ ਸੀ, ਫਿਰ ਮੈਂ ਵਾਪਸ ਜਿਹੜੀ ਲੜਕੀਆਂ ਆਪਣੇ ਮਾਂ-ਬਾਪ ਨਾਲ ਰਾਤ ਨੂੰ 2 ਵਜੇ ਵੀ ਜਾਣ, 1 ਵਜੇ ਵੀ ਜਾਣ, ਕਦੀ ਜਾਂਦੇ ਹਨ, ਉਹਨਾਂ ਨਾਲ ਕਦੀ ਰੇਪ ਲੜਕੀ ਨਾਲ ਨਹੀਂ ਹੁੰਦਾ। ਜਿਹੜੀ ਲੜਕੀ ਕੱਲੀ ਜਾਂਦੀ ਹੈ, ਪੱਬ ਤੋਂ ਆਉਂਦੀ ਹੈ, ਕੱਪੜੇ ਇਸ ਤਰ੍ਹਾਂ ਦੇ ਪਾਉਂਦੀ, ਮਾਂ-ਬਾਪ ਨੂੰ ਨਹੀਂ ਪਤਾ ਲੱਗਦਾ ਕਿ ਕੁੜੀ ਤੁਹਾਡੀ ਗਈ ਹੈ, ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਗਈ ਹੈ। ਨਹੀਂ, ਕੁੜੀ ਬਾਹਰ ਕਿੰਨੇ ਕੁ ਕੇਸ ਨੇ ਜਿਹੜੇ ਰਾਤ ਨੂੰ ਹੀ ਰੇਪ ਕੇਸਿਸ ਬਣੇ ਨੇ, ਦਿਨ 'ਚ ਵੀ ਰੇਪ ਹੋ ਰਹੇ ਨੇ। ਉੱਥੇ ਤੁਹਾਡਾ ਕੀ ਮਾਂ-ਬਾਪ ਦੇ ਨਾਲ ਨਹੀਂ ਬਿਲਕੁਲ। ਪੁਰੀ ਸਾਹਿਬ 3 ਸਾਲ ਦੀ ਬੱਚੀ ਦਾ, 5 ਸਾਲ ਦੀ ਬੱਚੀ ਦਾ ਰੇਪ ਹੋਇਆ। ਉਹਨੇ ਕਿਹੜੇ ਕੱਪੜੇ ਐਸੇ ਪਾਏ ਸੀ? ਉਹ ਕਿਹੜੀ ਅੱਧੀ ਰਾਤ ਆਈ ਸੀ? ਦਿਸ ਇਜ਼ ਦਾ feudal and patriarchal mindset। ਇਹ ਲੋਕ ਹੈ ਕੋ ਚੰਦ ਬੰਦੇ ਹੈ ਨਾ, ਚਾਰ ਬੰਦੇ ਚੰਦ ਬੰਦੇ ਆ। ਅਸੀਂ ਕਹਿੰਦੇ ਉਹਨਾਂ ਨੂੰ ਫਾਂਸੀ ਮਾਰੋ, ਚੁਰਾਏ ਤੇ ਖੜਾ ਕਰਕੇ ਬੰਦੇ ਦੇ ਵਾਲੇ ਉੱਥੇ ਗੋਲੀ ਮਾਰ ਦਿਓ ਤਾਂ ਜੇ ਅਗਲਾ ਬੰਦਾ ਨਾ ਕਰੇ। ਮੈਂ ਜੇਕਰ ਆਪਣੇ ਕਮਿਸ਼ਨ ਦੀ ਗੱਲ ਕਰਾਂ, ਅਮੀ ਜੀ, ਜੇਕਰ ਕਮਿਸ਼ਨ ਦੀ ਗੱਲ ਕਰਾਂ, ਰੇਪ ਕੇਸਿਸ ਦੀ ਗੱਲ ਚੱਲੀ ਹੈ, ਤਾਂ ਮੇਰੇ ਕੋਲੇ 3-4 ਕੇਸ ਹੁਣ ਤੱਕ ਆ ਚੁੱਕੇ ਨੇ ਜਿੱਥੇ 13-13 ਸਾਲਾਂ ਦੀਆਂ ਕੁੜੀਆਂ ਨਾਲ ਰੇਪ ਹੋਇਆ ਨੇ। ਉੱਥੇ ਉਹ ਕੁੜੀ ਦਾ ਕੀ ਕਸੂਰ ਹੈ? ਉਹ ਤਾਂ ਸਮਝਦੇ ਵੀ ਨਹੀਂ ਕਰਦੇ। ਉੱਥੇ ਮਾਂ-ਬਾਪ ਹੋਣ ਨਾ ਹੋਣ ਉਹਦੇ ਨਾਲ ਕੀ ਫਰਕ ਪੈਂਦਾ ਹੈ? ਜਾਂ ਉਹ ਰਾਤ ਨੂੰ 2 ਵਜੇ ਗਈ ਯਾਰ, ਦਿਨ ਦਿਹਾੜੇ ਉਹਨਾਂ ਕੁੜੀਆਂ ਦੇ ਨਾਲ 5-5 ਬੰਦੇ ਆ ਕੇ ਗੈਂਗ ਰੇਪ ਕਰਦੇ ਨੇ। ਉੱਥੇ ਫਿਰ ਲੋਕਾਂ ਦੇ ਹਵਾਲੇ ਕਰ ਦੋ। ਤੁਸੀਂ ਬਹੁਤ ਹੀ ਹਰ ਇੱਕ ਚੀਜ਼ ਤੇ ਤੁਸੀਂ ਇੰਨੀ ਬਲੈਕ ਐਂਡ ਵਾਈਟ ਸਟੇਟਮੈਂਟ ਦੇ ਰਹੇ ਹੋ। ਬਹੁਤ ਹੀ ਮਤਲਬ ਤੁਸੀਂ ਥੋੜਾ ਬੈਲੈਂਸ ਵਿਊ ਪੁਆਇੰਟ ਰੱਖੋ। ਤੁਸੀਂ ਹਰ ਇੱਕ ਚੀਜ਼ ਨੂੰ ਕੁੜੀ ਨੂੰ ਬਲੇਮ ਕਰ ਰਹੇ ਹੋ। ਅਸੀਂ ਦੇਖਦੇ ਹਾਂ ਵੀ ਲੜਕੀਆਂ ਨੇ ਅੱਜ ਕੱਲ ਬਹੁਤ ਗਲਤ ਹੈ, ਕਿਤਨੇ ਘਰ ਤਬਾਹ ਹੋ ਰਹੇ। ਤੁਸੀਂ ਇਹ ਚੀਜ਼ ਦੇਖੋ। ਅੱਗੋਂ ਹੁਣ ਲੜਕੇ ਕੀ ਕਹਿੰਦੇ ਨੇ, ਅਸੀਂ ਸਾਡੇ ਵਿਆਹ ਨਹੀਂ ਕਰਾਣੇ। ਉਹਨਾਂ ਦਾ ਰਿਜ਼ਲਟ ਕੀ ਹੋਇਆ? ਉਹ ਕਹਿੰਦੇ ਅਸੀਂ ਵਿਆਹ ਨਹੀਂ ਕਰਾਣੇ। ਉਹ ਕਹਿੰਦੇ ਪਹਿਲੇ ਸਾਡੀ ਬੇਲ ਕਰਾ ਕੇ ਦਿਓਗੇ ਤਾਂ ਅਸੀਂ ਵਿਆਹ ਕਰਾਣੇ। ਤੁਹਾਡੇ ਕਹਿਣ ਦਾ
ਮਤਲਬ ਇਹ ਹੈਗਾ ਹੈ ਕਿ ਜਿਹੜੇ ਸੋਸਾਇਟੀ 'ਚ ਜੋ ਵੀ ਨਾਗਵਾਰ ਗੁਜ਼ਰ ਰਿਹਾ ਹੈ ਉਹਦੀ 80% ਜ਼ਿੰਮੇਦਾਰ ਕੁੜੀਆਂ ਹੈਗੀਆਂ, ਉਹਨਾਂ ਦੀ ਐਜੂਕੇਸ਼ਨ ਹੈਗੀ ਹੈ। ਐਜੂਕੇਸ਼ਨ ਵੀ ਹੈ ਜਿਹੜੀਆਂ ਕਿ ਨਵੇਂ ਕੇਸ ਪਾਉਂਦੀਆਂ ਜਾਂ ਨਾਜਾਇਜ਼ ਝੂਠੇ ਕੇਸ ਪਾ ਕੇ 10-10 ਫੈਮਿਲੀ ਨੂੰ ਤਬਾਹ ਕਰ ਦਿੰਦੀਆਂ। ਰਜਨੀ ਪੁਰੀ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਫਾਈਂਡ ਆਊਟ ਕਰਨਾ ਕਿ ਸੱਚਾਈ। ਕਮਲਜੀਤ ਜੀ ਆਪਣੇ ਕੋਲ ਟਾਈਮ ਬਿਲਕੁਲ ਪੁਰੀ ਸਾਹਿਬ ਆਪਣੇ ਕੋਲ ਜਿਹੜਾ ਟਾਈਮ ਬਿਲਕੁਲ ਖਤਮ ਹੋ ਗਿਆ, ਪਰ ਇੱਕ ਗੱਲ ਹੈ ਕਿ ਵੀ ਜਿਹੜਾ ਇਹ ਮੁੱਦਾ ਹੈ ਇਹਦੇ ਤੇ ਚਰਚਾ ਹੋਰ ਵੀ ਹੋਣੀ ਚਾਹੀਦੀ ਹੈ, ਸਿਰਫ ਪਰਮਜੀਤ ਦੇ ਬਿਆਨ ਦੇ ਹਵਾਲੇ ਨਾਲ ਨਹੀਂ, ਉਂਝ ਵੀ ਇਹ ਮੁੱਦਾ ਜਿਹੜੀ ਜਾਰੀ ਰਹਿਣੀ। ਤੁਸੀਂ ਸਾਰੇ ਅੱਜ ਲਾਸਟ ਤੇ ਗੱਲ ਕਹਿਣਾ ਹੈ ਕਿ ਪਰਮਜੀਤ ਨੂੰ ਵੀ ਇਹ ਮੇਰੀ ਕਹਿਣਾ ਹੈ ਕਿ ਜਦੋਂ ਵੀ ਬਿਆਨ ਦੇਣਾ ਹੈ ਇਸ ਨੂੰ ਬ੍ਰੌਡਰ ਸੈਂਸ ਕਰਕੇ ਦੇਣਾ, ਤਾਂ ਕਿ ਜਿਸ ਅਹੁਦੇ ਤੇ ਤੁਸੀਂ ਬੈਠੇ ਹੋਏ ਹੋ ਉਹਦੀ ਜਿਹੜੀ ਮਰਿਆਦਾ ਤੇ ਉਹ ਤੁਸੀਂ ਇੱਕ ਰਿਪਰੈਜ਼ੈਂਟ ਕਰ ਰਹੇ ਹੋ ਲਾਅ ਦੇ ਪੁਆਇੰਟ। ਜੀ ਪਰਮਜੀਤ ਉਹ ਗੱਲ ਖਤਮ ਹੋ ਗਈ ਹੈ। ਹਾਂਜੀ, ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰਤਾਂ ਖਿਲਾਫ ਹਿੰਸਾ ਦਾ ਕਰੂਰ ਰੂਪ ਤਾਂ ਬੀਬੀਆਂ ਨੂੰ ਆਪਣੇ ਪਿੰਡੇ ਉੱਤੇ ਹਟਾਉਣਾ ਪੈਂਦਾ ਹੀ ਹੈ, ਪਰ ਇਸ ਦਾ ਗੌਣ ਰੂਪ ਘੱਟ ਭਿਆਨਕ ਨਹੀਂ ਹੈ। ਜਦੋਂ ਬੀਬੀਆਂ ਦੀ ਆਵਾਜ਼ ਨੂੰ ਬੇਸਬਰੀ ਕਿਹਾ ਜਾਂਦਾ ਹੈ ਤਾਂ ਇਸ ਨੂੰ ਕੀ ਕਿਹਾ ਜਾਏ? ਜਦੋਂ ਕੁਝ ਮਿਸਾਲਾਂ ਨਾਲ ਵਡੇਰੇ ਰੁਝਾਨ ਉੱਤੇ ਪੋਚਾ ਫੇਰਿਆ ਜਾਂਦਾ ਹੈ ਤਾਂ ਇਸ ਨੂੰ ਕੀ ਕਿਹਾ ਜਾਏ? ਬੀਬੀਆਂ ਨੂੰ ਡਰਪੋਕ ਕਿਹਾ ਜਾਏ ਜਾਂ ਬੇਸਬਰੀਆਂ? ਇਸ ਨਾਲ ਕੀ ਫਰਕ ਪੈਂਦਾ ਹੈ? ਹਿੰਸਾ ਜਾਰੀ ਹੈ ਤੇ ਨਾਲ ਹੀ ਉਹਨਾਂ ਨੂੰ ਸਬਰ ਕਰਨ ਦੀ ਸਿੱਖਿਆ ਦੇਣ ਦਾ ਰੁਝਾਨ ਵੀ ਜਾਰੀ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।